ਵੀਡੀਓ ਲੈਸਨ ਦੇਖ ਰਹੇ ਸਾਰੇ ਸਟੂਡੈਂਟਸ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਲੈਸਨ ਹੈ 10th ਕਲਾਸ ਦੇ ਸਟੂਡੈਂਟਸ ਦੇ ਲਈ ਹੈ। तो ਅੱਜ ਦੇ ਇਸ ਲੈਸਨ ਵਿੱਚ ਅਸੀਂ ਪੈਸ ਦੇ ਨਾਲ ਸੰਬੰਧਿਤ ਜਿਹੜਾ ਇੱਕ ਸੈਂਪਲ ਪੇਪਰ ਉਹ ਸੋਲਵ ਕਰਾਂਗੇ। ਸਤੰਬਰ ਟੈਸਟ ਜਿਹੜਾ ਸਾਡਾ ਹੋਣ ਜਾ ਰਿਹਾ 10th ਕਲਾਸ ਦਾ ਮੈਥਮੈਟਿਕਸ ਦਾ ਬਾਈ ਮੰਥਲੀ। तो ਜਿਵੇਂ ਦਾ ਸਾਨੂੰ ਪੇਪਰ ਜਿਹੜਾ ਆਏਗਾ ਗੂਗਲ ਫਾਰਮ ਦੀ ਕੁਇਜ਼ ਦੀ ਫਾਰਮ ਦੇ ਵਿੱਚ ਜਿਹੜਾ ਅਸੀਂ ਸਿੰਪਲੀਫਾਈ ਸੋਲਵ ਕਰਨਾ ਹੈ ਮੋਬਾਈਲ ਦੇ ਉੱਤੇ, ਉਹਦੇ 20 ਕੁਐਸਚਨ ਸਾਨੂੰ ਜਿਹੜੇ ਪੁੱਛੇ ਜਾਣਗੇ। ਤਾਂ ਉਸੇ ਢੰਗ ਦਾ ਸੈਂਪਲ ਪੇਪਰ ਜਿਹੜਾ ਬਿਲਕੁਲ ਉਸੇ ਤਰ੍ਹਾਂ ਦਾ ਇੱਕ ਅਸੀਂ ਸੋਲਵ ਕਰਾਂਗੇ, ਉਹ ਡਿਸਕਸ ਕਰਾਂਗੇ। ਉਹਦੇ 'ਚ 20 ਦੇ 20 ਕੁਐਸਚਨ ਜਿਹੜੇ ਇਸ ਵੀਡੀਓ ਲੈਸਨ ਦੇ ਵਿੱਚ। तो ਇਹਦੇ 'ਚ ਲਗਭਗ ਉਹ ਸਾਰਾ ਸਿਲੇਬਸ ਜਿਹੜਾ ਉਹ ਕਵਰ ਕੀਤਾ ਗਿਆ ਹੈ, ਜਿਹੜਾ ਜਿਸ ਦੇ ਵਿੱਚੋਂ ਸਾਨੂੰ ਸਤੰਬਰ ਟੈਸਟ ਜਿਹੜਾ ਉਹ ਆਉਣਾ ਹੈ। ਠੀਕ ਹੈ, ਤਾਂ ਆਓ ਦੇਖਦੇ ਹਾਂ ਇੱਕ ਇੱਕ ਸਵਾਲ ਨੂੰ ਬੜੇ ਧਿਆਨ ਦੇ ਨਾਲ ਦੇਖਣਾ। ਜਿਹੜੀ ਚੀਜ਼ ਪਹਿਲਾਂ ਤੁਹਾਨੂੰ ਆਉਂਦੀ ਹੋਏਗੀ ਉਹ ਤੁਹਾਡੀ ਰਿਵਾਈਜ਼ ਹੋ ਜਾਏਗੀ, ਤੇ ਜੋ ਚੀਜ਼ ਨਵੀਂ ਹੋਏਗੀ ਉਹਨੂੰ ਜ਼ਰੂਰ ਨੋਟ ਕਰ ਲਈਓ। ਉਹ ਤੁਹਾਡੇ ਕੋਲ ਜਿਹੜਾ ਉਹਦਾ ਫਾਇਦਾ ਤੁਹਾਨੂੰ ਸਤੰਬਰ ਟੈਸਟ ਦੇ ਵਿੱਚ ਜ਼ਰੂਰ ਹੋਏਗਾ। ਠੀਕ ਹੈ, ਤਾਂ ਆਓ ਦੇਖਦੇ ਹਾਂ। ਕਲਾਸ 10th ਸੈਂਪਲ ਪੇਪਰ ਮੈਕਸਿਮਮ ਮਾਰਕਸ ਜਿਹੜੇ ਸਾਡੇ ਕੋਲ 40 ਨੇ। ਤਾਂ ਈਚ ਕੁਐਸਚਨ ਕੈਰੀਜ਼ 2 ਮਾਰਕਸ, ਆਲ ਕੁਐਸਚਨਸ ਆਰ ਕੰਪਲਸਰੀ। ਦੋ ਕੁਐਸਚਨ 2 ਨੰਬਰ ਹੋਣਗੇ, 2 ਅੰਕ ਹੋਣਗੇ ਹਰ ਇੱਕ ਕੁਐਸਚਨ ਦੇ, ਤੇ ਸਾਰੇ ਜਿਹੜੇ ਕੁਐਸਚਨ ਆ ਉਹ ਜ਼ਰੂਰੀ ਆਪਾਂ ਕਰਨੇ ਨੇ। ਠੀਕ ਹੈ, तो पहला सवाल साडे कोल है, एक वास्तविक संख्या a बहुपद fx का सिफर कहाउंदी है जेकर a real number a is called zero of the polynomial fx if इन्हां चारों ऑप्शंस दे विचों आपां देखना कि कदों a जिहड़ा है वो किसी polynomial दा बहुपद दा सिफर हुंदी है जां zero हुंदी है। ठीक है, तो a c ऑप्शन जिहड़ी बिल्कुल सही है। कोई भी साडे कोल बहुपद है एफ एक्स इक्वल्स टू जो भी ਉਹਦਾ ਹੋ ਸਕਦਾ ਹੈ। अगर ਉਹਦੇ 'ਚ ਅਸੀਂ x ਕੋਈ ਐਸੀ ਵੈਲਿਊ ਫਿਲ ਕਰਦੇ ਹਾਂ ਕਿ ਇਹਦੀ ਵੈਲਿਊ ਸਾਨੂੰ ਜਿਹੜੀ ਉਹ 0 ਹੋ ਜਾਏ, ਮਤਲਬ x ਦੀ ਜਗ੍ਹਾ ਤੇ a ਫਿਲ ਕੀਤਾ ਤੇ 0 ਹੋ ਜਾਏ ਪੂਰੇ ਐਕਸਪ੍ਰੈਸ਼ਨ ਦੀ ਵੈਲਿਊ, ਤਾਂ ਉਹ ਸਾਡੇ ਕੋਲ ਜਿਹੜਾ a ਹੈ ਉਹ ਉਸ ਬਹੁਪਦ ਦਾ ਸਿਫਰ ਹੁੰਦਾ ਹੈ, ਉਸ ਬਹੁਪਦ ਦਾ 0 ਹੁੰਦਾ ਹੈ। ਠੀਕ ਹੈ, ਤਾਂ c ਜਿਹੜਾ ਉਹ ਬਿਲਕੁਲ ਸਹੀ ਜਵਾਬ ਹੈ ਇਸ ਸਵਾਲ ਦਾ। इस तो बाद अगला सवाल है, जेकर संख्यावां q माइनस 1 q प्लस 3 3q माइनस 1 एक अंक गिणतिक लड़ी बनाउंदियां हन तां q बराबर की होएगा। ठीक है, इफ q माइनस 1 q प्लस 3 एंड 3q माइनस 1 आर इन AP then q is equal to। ਹੁਣ ਇਹਦੇ ਵਿੱਚ ਇਹ ਸਾਡੇ ਕੋਲ ਤਿੰਨ ਜਿਹੜੇ ਪਦ ਸਾਨੂੰ ਦਿੱਤੇ ਹੋਏ ਨੇ, 3 ਟਰਮਸ ਆਰ ਗਿਵਨ। ਠੀਕ ਹੈ, ਇਹਦੇ ਵਿੱਚੋਂ ਪਹਿਲੀ ਟਰਮ ਜਿਹੜੀ ਉਹ ਸਾਡੇ ਕੋਲ a1 ਉਹ ਹੈ q ਮਾਈਨਸ 1, ਤੇ दूसरी ਨੂੰ ਅਸੀਂ a2 ਮੰਨ ਲੈਨੇ, ਉਹ ਸਾਡੇ ਕੋਲ ਹੈ q plus 3, ਔਰ ਤੀਸਰੀ ਟਰਮ ਸਾਡੇ ਕੋਲ ਹੈ 3q minus 1। ਠੀਕ ਹੈ, तो ਇਹਦੇ ਵਿੱਚ ਕਿਉਂਕਿ ਇਹ AP ਦੀਆਂ ਟਰਮਸ ਨੇ, ਤਾਂ ਇਹਨਾਂ ਦੇ ਜਿਹੜੇ ਕਾਮਨ ਡਿਫਰੈਂਸ ਹੈ, ਸਾਂਝਾ ਅੰਤਰ ਹੈ, ਉਹ ਜਿਹੜਾ ਇੱਕ ਸਮਾਨ ਹੋਣਾ ਚਾਹੀਦਾ ਹੈ। ਭਾਵ ਕਿ a2 ਦੇ ਵਿੱਚੋਂ ਜੇਕਰ ਅਸੀਂ a1 ਮਾਈਨਸ ਕਰਦੇ ਹਾਂ ਤਾਂ a3 ਦੇ ਵਿੱਚੋਂ a2 ਮਾਈਨਸ ਕਰਦੇ ਹਾਂ, ਦੋਨਾਂ ਦੀ ਕੀਮਤ ਜਿਹੜੀ ਉਹ ਇੱਕੋ ਜਿਹੀ ਹੋਣੀ ਚਾਹੀਦੀ। ਸਾਨੂੰ ਪਤਾ ਕਿ AP ਦੀਆਂ ਜਿਹੜੀਆਂ ਟਰਮਸ ਹੁੰਦੀਆਂ ਕੰਸੈਕਟਿਵ ਟਰਮਸ, ਉਹਨਾਂ ਦਾ ਜਿਹੜਾ ਡਿਫਰੈਂਸ ਹੈ ਉਹ ਹਮੇਸ਼ਾ ਸੇਮ ਰਹਿੰਦਾ। तो a2 अपने कोल है इत्थे q जमा 3, ये असीं फिल कर देने, माइनस a1 साडे कोल है q माइनस 1, और सज्जे पासे a3 जिहड़ा है 3q माइनस 1 माइनस a2 साडे कोल है q प्लस 3। ठीक है, तो q प्लस 3 माइनस q माइनस 1 इक्वल्स टू 3q माइनस 1 माइनस q माइनस 3। ठीक है, इत्थे प्लस आ जाएगा, सॉरी जो माइनस ब्रैकेट हटावांगे असीं। ठीक है, तो ਇਹਦੇ ਨਾਲ ਸਾਡੇ ਕੋਲ ਇਹ q ਦੇ ਨਾਲ q ਜਿਹੜਾ ਉਹ ਕੱਟਿਆ ਜਾਏਗਾ, ਸਾਡੇ ਕੋਲ ਬਣ ਜਾਏਗਾ 4 ਖੱਬੇ ਪਾਸੇ। ਸੱਜੇ ਪਾਸੇ ਜੇ ਅਸੀਂ ਦੇਖੀਏ ਤਾਂ 3q ਚੋਂ q ਅਸੀਂ ਮਾਈਨਸ ਕਰਾਂਗੇ, ਸਾਡੇ ਕੋਲ 2q ਆ ਜਾਏਗਾ, ਔਰ ਮਾਈਨਸ 1 ਹੈ ਮਾਈਨਸ 3 ਹੈ, ਮਾਈਨਸ ਦੇ 4 ਹੋ ਜਾਣਗੇ ਸਾਡੇ ਕੋਲ। ਠੀਕ ਹੈ, तो 2q ਦੀ ਜਿਹੜੀ ਕੀਮਤ ਹੈ, तो 4 ਨੂੰ ਜੇਕਰ ਇੱਧਰ ਸ਼ਿਫਟ ਕਰਾਂਗੇ ਸਾਡੇ ਕੋਲ 4 ਜਮਾ 4 ਬਰਾਬਰ 8 ਬਣ ਜਾਏਗਾ। ਠੀਕ ਹੈ, तो 2q ਦੀ ਕੀਮਤ ਸਾਡੇ ਕੋਲ ਬਣ ਜਾਂਦੀ ਹੈ 8, तो ਉੱਥੋਂ ਸਾਡੇ ਕੋਲ q ਦੀ ਜਿਹੜੀ ਕੀਮਤ ਆ ਜਾਏਗੀ 2q ਇਕੁਅਲਸ ਟੂ 8, ਦੈਨ q ਇਕੁਅਲਸ ਟੂ 8/2 8/2 ਇਹ ਆਏਗਾ 4। ठीक है जी, q ਦੀ ਕੀਮਤ ਜਿਹੜੀ ਸਾਡੇ ਕੋਲ 4 ਬਣੇਗੀ ਇਹਦੇ ਵਿੱਚ। ठीक है, तो ऑप्शन ए ਜਿਹੜੀ ਹੈ ਬਿਲਕੁਲ ਉਹ ਸਾਡੇ ਕੋਲ ਸਹੀ ਹੈ। तो a ਜਿਹੜਾ ਹੈ ਉਹ ਸਾਡੇ ਕੋਲ ਇਸ ਸਵਾਲ ਦਾ ਸਹੀ ਜਵਾਬ ਹੈ। ਇਹ q ਦੀ ਕੀਮਤ ਆਪਾਂ ਇਹਦੇ ਵਿੱਚ ਭਰ ਕੇ ਵੀ ਦੇਖ ਲੈਣੇ। ਜੇਕਰ ਅਸੀਂ ਪਹਿਲੇ ਪਦ ਦੇ ਵਿੱਚ ਭਰਦੇ ਹਾਂ ਤਾਂ q 4 3 ਇਹ ਸਾਡੇ ਕੋਲ 4 1 ਇਹ 3 ਬਣ ਜਾਏਗਾ, 4 + 3 ਇਹ ਸਾਡੇ ਕੋਲ 7 ਬਣ ਜਾਏਗਾ, ਔਰ 4 ਨੂੰ 3 ਨਾਲ ਗੁਣਾ करके 3q है ना, 3 × 4 करांगे तो 12 12 ਦੇ ਵਿੱਚੋਂ 1 ਘਟਾਵਾਂਗੇ ਸਾਡੇ ਕੋਲ 11 ਬਣ ਜਾਏਗਾ। तो ਅਸੀਂ ਦੇਖ ਸਕਦੇ ਹਾਂ 4 ਤੇ 3 ਤੇ 4 7 ਹੁੰਦੇ ਨੇ, 7 4 11, ਤੋਂ ਇਹ ਜਿਹੜੀਆਂ ਸੰਖਿਆਵਾਂ ਸਾਡੇ ਕੋਲ AP ਦੇ ਵਿੱਚ ਬਣ ਜਾਂਦੀਆਂ ਨੇ। ਠੀਕ ਹੈ ਜੀ, तो ਇਹਦਾ ਜਿਹੜਾ ਸਵਾਲ ਹੈ ਸਾਡੇ ਕੋਲ ਉਹ A ਹੈ। ਠੀਕ ਹੈ, A ਇਸ ਸਵਾਲ ਦਾ ਜਿਹੜਾ ਸਾਡੇ ਕੋਲ ਜਵਾਬ ਹੋਏਗਾ। अगला सवाल साडे कोल है, एक मठियाई विक्रेता कोल 135 काजू दियां बर्फियां अते 225 बादाम दियां बर्फियां हन। बर्फियां ने 135 एक तरह दियां, 225 दूसरी तरह दियां। वो उन्हां दियां ढेरियां बनाउणा चाहुंदा है।
ਕਿ ਹਰ ਇੱਕ ਢੇਰੀ ਵਿੱਚ ਬਰਫੀਆਂ ਦੀ ਗਿਣਤੀ ਬਰਾਬਰ ਰਹੇ ਅਤੇ ਇਹ ਢੇਰੀਆਂ ਬਰਫੀ ਦੀ ਪਰਾਤ ਵਿੱਚ ਘੱਟ ਤੋਂ ਘੱਟ ਸਥਾਨ ਘੇਰਨ। ਇਸ ਕੰਮ ਲਈ ਹਰ ਇੱਕ ਢੇਰੀ ਵਿੱਚ ਕਿੰਨੀਆਂ ਬਰਫੀਆਂ ਰੱਖੀਆਂ ਜਾ ਸਕਦੀਆਂ ਹਨ? A sweet seller has 135 kaju burfis and 225 badam burfis. She wants to stack them in such a way that each stack has the same number and they take up the least area of the tray. What is the number of burfis that can be placed in each stack for this purpose? ठीक है, तो ਬਰਫੀਆਂ ਜਿਹੜੀਆਂ ਹੈਗੀਆਂ ਨੇ ਦੋ ਤਰ੍ਹਾਂ ਦੀਆਂ। 135 ਜਿਹੜੀਆਂ ਕਾਜੂ ਦੀਆਂ ਬਰਫੀਆਂ ਨੇ, ਉਹ ਜਿਹੜਾ ਦੁਕਾਨਦਾਰ ਹੈ ਉਹ ਬਰਫੀਆਂ ਨੂੰ ਇਸ ਢੰਗ ਦੇ ਨਾਲ ਰੱਖਣੀਆਂ ਚਾਹੁੰਦਾ ਹੈ ਕਿ ਬਰਫੀ ਦੇ ਉੱਤੇ ਉਹ ਬਰਫੀ ਰੱਖੇ। ਠੀਕ ਹੈ, ਇਸ ਤਰ੍ਹਾਂ ਦੋ ਜਿਹੜੀਆਂ ਲੇਅਰਸ, ਦੋ ਤਹਾਂ ਵੀ ਬਣ ਸਕਦੀਆਂ ਨੇ, ਤਿੰਨ ਵੀ ਬਣ ਸਕਦੀਆਂ ਨੇ। ਠੀਕ ਹੈ, ਪਹਿਲਾਂ ਉਹ ਥੱਲੇ ਵਾਲੀ ਲੇਅਰ ਜਿਹੜੀ ਆ ਉਹ ਬਣਾਏਗਾ। ਠੀਕ ਹੈ, ਇਸ ਤੋਂ ਬਾਅਦ ਫਿਰ ਉੱਪਰ ਇੱਕ ਇੱਕ ਪੀਸ ਇਹਨਾਂ ਦੇ ਰੱਖੇਗਾ। ਤੋ ਇਸ ਢੰਗ ਦੇ ਨਾਲ ਉਹ ਕਿੰਨੀਆਂ ਲੇਅਰਸ ਜਿਹੜੀਆਂ ਬਣਾਵੇ ਕਿ ਘੱਟ ਤੋਂ ਘੱਟ ਜਗ੍ਹਾ ਜਿਹੜੀ ਹੈ ਟਰੇ ਦੇ ਵਿੱਚ ਉਹ ਬਰਫੀ ਜਿਹੜੀ ਮਠਿਆਈ ਹੈ ਉਹ ਘੇਰੇ, ਤੇ ਸਾਰੀਆਂ ਬਰਫੀ ਦੀਆਂ ਟੁਕੜੀਆਂ ਨੇ ਉਹ ਉਹਦੇ ਵਿੱਚ ਰੱਖੀਆਂ ਜਾਣ, ਬਰਾਬਰ ਉਚਾਈ ਦੀਆਂ ਜਿਹੜੀਆਂ ਰੱਖੀਆਂ ਜਾਣ, ਬਰਾਬਰ ਗਿਣਤੀ ਦੇ ਵਿੱਚ ਇੱਕ ਢੇਰੀ ਦੇ ਵਿੱਚ ਰੱਖੀਆਂ ਜਾ ਸਕਣ। ਠੀਕ ਹੈ, ਤੋ ਇਹਦੇ ਲਈ ਸਾਡੇ ਕੋਲ ਅਸੀਂ 135 ਅਤੇ 225 ਦਾ HCF ਪਤਾ ਕਰਾਂਗੇ। ਠੀਕ ਹੈ, ਹਾਂਜੀ, ਤੋ ਇਹਦੇ ਵਿੱਚ ਅਸੀਂ 135 ਤੇ 225 ਦਾ HCF ਪਤਾ ਕਰਾਂਗੇ, ਮੰਮਾ ਸੱਸਾ ਵਾਵਾ ਪਤਾ ਕਰਾਂਗੇ। ਉਹ ਸਾਡੇ ਕੋਲ ਹਾਈਐਸਟ ਕਾਮਨ ਫੈਕਟਰ ਹੋ ਜਾਏਗਾ 135 ਤੇ 225 ਦਾ। ਉਹ ਛੋਟੇ ਤੋਂ ਛੋਟਾ ਜਿਹੜਾ ਗੁਣਨਖੰਡ ਔਰ ਵੱਡੇ ਤੋਂ ਵੱਡਾ ਗੁਣਨਖੰਡ ਜਿਹੜਾ 135 ਤੇ 225 ਦੋਨਾਂ ਨੂੰ ਹੀ ਭਾਗ ਕਰੇਗਾ। ਠੀਕ ਹੈ, ਤੋ ਉਹੀ ਸਾਡਾ ਇਸ ਸਵਾਲ ਦੇ ਵਿੱਚ ਜਿਹੜਾ ਉੱਤਰ ਹੋਏਗਾ। ਤੋ ਇਹਨੂੰ ਹੱਲ ਕਰਨ ਦੇ ਲਈ ਸਾਡੇ ਕੋਲ ਜਿਹੜਾ ਯੂਕਲਿਡ ਐਲਗੋਰਿਦਮ ਹੈ ਉਹਨੂੰ ਅਸੀਂ ਯੂਜ਼ ਕਰਾਂਗੇ। ਸਭ ਤੋਂ ਪਹਿਲਾਂ ਅਸੀਂ 225 ਨੂੰ 135 ਦੇ ਨਾਲ ਭਾਗ ਕਰਦੇ ਹਾਂ। 225 ਨੂੰ ਅਸੀਂ 135 ਦੇ ਨਾਲ ਭਾਗ ਕਰਾਂਗੇ, ਸਾਡੇ ਕੋਲ ਇੱਥੇ ਬਣੇਗਾ ਮਾਈਨਸ ਕਰਨ ਤੋਂ ਬਾਅਦ 0 ਤੇ 90। ਤੋ ਇਹਦਾ ਮਤਲਬ ਅਸੀਂ 225 ਨੂੰ ਲਿਖ ਸਕਦੇ ਹਾਂ 135 ਗੁਣਾ 1 ਜਮਾ 90। ਇਸ ਤੋਂ ਬਾਅਦ ਇਹ ਜਿਹੜੇ ਦੋ ਸੰਖਿਆਵਾਂ ਸਾਡੇ ਕੋਲ ਰਿਮਾਈਂਡਰ ਤੇ ਜਿਹੜਾ ਸਾਡੇ ਕੋਲ ਭਾਜਕ ਹੈ, ਇਹਨਾਂ ਨੂੰ ਫਰਦਰ ਫਿਰ ਅਸੀਂ ਭਾਗ ਕਰਾਂਗੇ। ਇਸ ਭਾਜਕ ਨੂੰ ਅਸੀਂ ਇਸ ਰਿਮਾਈਂਡਰ ਦੇ ਨਾਲ ਭਾਗ ਕਰਾਂਗੇ। ਤਾਂ 135 ਨੂੰ ਜਦੋਂ ਅਸੀਂ 90 ਦੇ ਨਾਲ ਭਾਗ ਕਰਾਂਗੇ ਤਾਂ ਫਿਰ ਇਹ 1 ਤੇ ਜਾਏਗਾ, ਇੱਥੇ ਸਾਡੇ ਕੋਲ 90 ਆਏਗਾ, -5 ਤੇ ਇੱਥੇ ਆਏਗਾ 4। ਠੀਕ ਹੈ, 135 ਨੂੰ ਅਸੀਂ ਲਿਖ ਸਕਦੇ ਹਾਂ 90 ਗੁਣਾ 1 ਜਮਾ 45। ਠੀਕ ਹੈ, ਹੁਣ ਅਸੀਂ ਇਹ ਜਿਹੜਾ ਰਿਮਾਈਂਡਰ ਸਾਡੇ ਕੋਲ ਬਾਕੀ ਹੈ ਤੇ ਇਹ ਭਾਜਕ ਹੈ, ਡਿਵਾਈਜ਼ਰ ਹੈ, ਇਹਨਾਂ ਦੋਨਾਂ ਨੂੰ ਅਸੀਂ ਅੱਗੇ ਫਿਰ ਭਾਗ ਕਰਾਂਗੇ 90 ਨੂੰ 45 ਦੇ ਨਾਲ। ਤਾਂ ਅਸੀਂ ਲਿਖਦੇ ਹਾਂ ਕਿ 45 ਦੂਣਾ ਜਿਹੜਾ ਸਾਡੇ ਕੋਲ ਉਹ 90 ਹੋ ਜਾਂਦੇ। ਠੀਕ ਹੈ, ਮਾਈਨਸ ਕਰਾਂਗੇ ਬਾਕੀ ਸਾਡੇ ਕੋਲ 0। ਤਾਂ 90 ਨੂੰ ਅਸੀਂ ਲਿਖ ਸਕਦੇ ਹਾਂ 45 ਗੁਣਾ 2 ਜਮਾ 0। ਜਦੋਂ ਸਾਡੇ ਕੋਲ ਇਹ ਰਿਮਾਈਂਡਰ ਜਿਹੜਾ ਉਹ 0 ਬਣ ਜਾਂਦਾ ਹੈ, ਠੀਕ ਹੈ, ਉਸ ਵੇਲੇ ਜਿਹੜਾ ਸਾਡੇ ਕੋਲ ਇੱਥੇ ਭਾਜਕ ਹੋਏਗਾ ਇਹ ਹੀ ਸਾਡੇ ਕੋਲ ਪਹਿਲੀਆਂ ਦੋਨੋਂ ਸੰਖਿਆਵਾਂ 225 ਤੇ 135 ਦਾ HCF ਹਾਈਐਸਟ ਕਾਮਨ ਫੈਕਟਰ ਜਾਂ ਮੰਮਾ ਸੱਸਾ ਵਾਵਾ ਜਿਹੜਾ ਉਹ ਹੋਏਗਾ। ਠੀਕ ਹੈ, ਤਾਂ ਇਸ ਸਵਾਲ ਦਾ ਜਿਹੜਾ ਜਵਾਬ ਹੈ ਉਹ ਸਾਡੇ ਕੋਲ ਕੀ ਆਏਗਾ, A 45। ਤੋਂ ਇੱਕ ਸਟੈਕ ਦੇ ਵਿੱਚ 45 ਬਰਫੀ ਦੇ ਪੀਸ ਜਿਹੜੇ ਉਹ ਰੱਖੇ ਜਾ ਸਕਦੇ ਆ, ਤੇ ਇਹਦੇ ਨਾਲ ਜਿਹੜੇ ਕਾਜੂ ਦੀ ਬਰਫੀ ਤੇ 225 ਬਦਾਮ ਦੀ ਬਰਫੀ ਸਾਡੇ ਕੋਲ ਹੈਗੇ ਪੀਸ, ਤਾਂ ਉਹਨਾਂ ਨੂੰ ਐਡਜਸਟ ਕੀਤਾ ਜਾ ਸਕਦਾ। ਉਹਦੇ ਨਾਲ ਉਹ ਘੱਟ ਤੋਂ ਘੱਟ ਜਿਹੜੀ ਜਗ੍ਹਾ ਟਰੇ ਦੇ ਵਿੱਚ ਘੇਰਨਗੇ। ਠੀਕ ਹੈ, ਇਸ ਤੋਂ ਬਾਅਦ ਅਗਲਾ ਚੌਥਾ ਸਵਾਲ ਹੈ ਸਾਡੇ ਕੋਲ, ਜੇਕਰ P ਇੱਕ ਅਭਾਜ ਸੰਖਿਆ ਹੈ ਅਤੇ P K ਕਿਊਬ ਨੂੰ ਭਾਗ ਕਰਦੀ ਹੈ, K ਦੇ ਘਣ ਨੂੰ ਭਾਗ ਕਰਦੀ ਹੈ, ਤਾਂ P ਭਾਗ ਕਰਦੀ ਹੈ 2K ਕਿਊਬ ਨੂੰ, K ਨੂੰ ਤੇ 3K ਨੂੰ। If P is a prime number and P divides K cube, then P divides। तो ਇਹਦੇ ਵਿੱਚੋਂ ਹੁਣ ਇਹਦਾ ਮਤਲਬ ਹੈ ਕਿ P ਅਗਰ K ਕਿਊਬ ਨੂੰ ਭਾਗ ਕਰਦਾ ਹੈ, ਕਹਿੰਦਾ ਮਤਲਬ ਅਸੀਂ K ਕਿਊਬ ਨੂੰ ਜਦੋਂ P ਦੇ ਨਾਲ ਭਾਗ ਕਰਾਂਗੇ ਸਾਡੇ ਕੋਲ ਕੋਈ ਨਾ ਕੋਈ ਇੱਥੇ ਜਿਹੜਾ ਹੋਲ ਨੰਬਰ ਨੈਚੁਰਲ ਨੰਬਰ ਹੈ ਉਹ ਬਣਨਾ ਚਾਹੀਦਾ ਹੈ। ਅਗਰ K ਕਿਊਬ ਸਾਡੇ ਕੋਲ ਕੋਈ ਵੀ ਇੱਕ ਸੰਖਿਆ ਹੈ, K ਦਾ ਕਿਊਬ ਹੈ, ਇਹਨੂੰ P ਪੂਰਾ ਭਾਗ ਕਰਦਾ ਹੈ, ਤਾਂ P ਇਹਨਾਂ ਦੇ ਵਿੱਚੋਂ ਕਿਹਨੂੰ ਭਾਗ ਕਰ ਸਕਦਾ ਹੈ। तो ਇਹਦੇ ਵਿੱਚ ਸਮਝਣੇ ਵਾਲੀ ਚੀਜ਼ ਹੈ, ਸਾਡੇ ਕੋਲ P ਸਾਡੇ ਕੋਲ ਇੱਕ ਪ੍ਰਾਈਮ ਨੰਬਰ ਹੈ। ਠੀਕ ਹੈ, तो K ਗੁਣਾ K ਅਸੀਂ K ਕਿਊਬ ਨੂੰ ਇਸ ਢੰਗ ਦੇ ਨਾਲ ਲਿਖ ਸਕਦੇ ਹਾਂ। तो ਇਹਨੂੰ P ਜਿਹੜਾ ਭਾਗ ਕਰਦਾ ਹੈ, ਹੁਣ P ਅਗਰ ਇਹਨਾਂ ਦੇ ਘਣ ਨੂੰ ਭਾਗ ਕਰਦਾ ਹੈ, ਇਹਦਾ ਮਤਲਬ P ਜਿਹੜਾ ਹੈ ਉਹ K ਨੂੰ ਵੀ ਭਾਗ ਕਰੇਗਾ। ਠੀਕ ਹੈ, ਇਹਦੇ ਵਿੱਚੋਂ ਇੱਕ K ਨੂੰ ਵੀ ਭਾਗ ਕਰੇਗਾ, ਕਿਉਂਕਿ K ਨੂੰ ਜੇ P ਭਾਗ ਨਹੀਂ ਕਰਦਾ ਤਾਂ ਇਹਨਾਂ ਦੀ ਗੁਣਾ ਨੂੰ ਕਦੇ ਵੀ ਭਾਗ ਨਹੀਂ ਕਰ ਸਕਦਾ। ਠੀਕ ਹੈ, तो P ਅਗਰ K ਨੂੰ ਭਾਗ ਕਰਦਾ ਹੈ ਤਾਂ ਹੀ P K ਦੇ ਘਣ ਨੂੰ ਭਾਗ ਕਰੇਗਾ।
अगर p ਜਿਹੜਾ ਹੈ ਉਹ k ਕਿਊਬ ਨੂੰ ਭਾਗ ਕਰਦਾ ਤਾਂ ਇਹਦਾ ਮਤਲਬ p k ਨੂੰ ਵੀ ਭਾਗ ਕਰੇਗਾ। ठीक है, अगर p ਜਿਹੜਾ ਉਹ k ਨੂੰ ਭਾਗ ਕਰਦਾ ਹੈ तो 3k ਨੂੰ ਵੀ ਕਰੇਗਾ। ठीक है, अगर 3k ਨੂੰ ਭਾਗ ਕਰਦਾ ਹੈ ਤੇ ਸਾਡੇ ਕੋਲ ਕਿਉਂਕਿ p ਜਿਹੜਾ ਉਹ k ਕਿਊਬ ਨੂੰ ਵੀ ਭਾਗ ਕਰਦਾ ਹੈ ਤਾਂ 3 ਗੁਣਾ k ਕਿਊਬ ਇਹਨੂੰ ਵੀ ਭਾਗ ਕਰੇਗਾ। तो इस सवाल का जोड़ा वैसे तो तीनों ही उत्तर जोड़े सही बनते हैं, ये पहला ये भी सही बनता है तो ये भी सही बनता है तो ये भी सही बनता है। ठीक है, तो इस सवाल के जोड़े तीनों उत्तर सही ने, तो मे बी ये कोई मिसटेक होए, जोड़े आंसर जोड़े वो इस ढंग के नाल नहीं होने चाहिए से। चलो ठीक है जी, इस सवाल के तीनों साढ़े कोल उत्तर जोड़े सही दिते हुए हैं। ठीक है, इस तो बाद अगला पंजवां सवाल साडे कोल है, जेकर त्रिभुजां MNL ਅਤੇ PQR ਵਿੱਚ MN ਵਟਾ PQ ਬਰਾਬਰ NL ਵਟਾ QR ਹੋਵੇ ਤਾਂ ਇਹ त्रिभुज ਸਮਰੂਪ ਹੋਣਗੇ ਜਦੋਂ। तो ਪਹਿਲਾਂ ਅਸੀਂ त्रिभुज ਜਿਹੜੀ ਬਣਾ ਲੈਂਦੇ ਆ, त्रिभुजां ਬਣਾ ਲੈਂਦੇ ਆ ਛੋਟੀਆਂ ਜੀਆਂ, ਉਹਦੇ ਨਾਲ ਫਿਰ ਸਾਨੂੰ ਕਰਨਾ ਜ਼ਰਾ ਸੌਖਾ ਰਹੇਗਾ। ਇੱਕ ਇਹ त्रिभुज ਹੋ ਗਈ, एक साढ़े कोल ये त्रिभुज हो गई। ठीक है, तो इसका नाम असी MNL रख लेने और इसका नाम PQR। तो MN जिहड़ा है MN दा अनुपात PQ दे नाल ते NL दा अनुपात QR दे नाल ये समान है। ਤਾਂ ਕਦੋਂ ਇਹ ਦੋਨੋਂ त्रिभुजां ਸਮਰੂਪ ਹੋਣਗੀਆਂ, ਜੇਕਰ ਇਹਨਾਂ ਦੇ ਵਿਚਕਾਰ ਵਾਲਾ ਜਿਹੜਾ ਇਹ ਕੋਣ ਹੈ ਉਹ ਵੀ ਸਮਾਨ ਹੋਏ, ਭਾਵ ਕੋਣ N ਬਰਾਬਰ ਕੋਣ Q ਹੋਏ। तो ये साढ़े को ऑप्शन सी जी बिल्कुल सही है। ठीक है, कोण N ते कोण Q जिहड़े दोनों अगर समान होणगे तो ये जिहड़ियां दोनों भुजावां वो सानू पहले ही इन्हां दे अनुपात जिहड़े संगत भुजावां दे बराबर दिते हुए ने, तो ये दोनों त्रिभुजां जिहड़ियां सिमिलर समरूप हो जाणगीआं। ठीक है, तो इसदा उत्तर साढ़े कोल सी आएगा। इस तो बाद पंजवां सवाल है साढ़े कोल, तिन्ना केंद्री प्रवृत्ति दे मापकां मध्यमान मध्यिका ते बहुलक विच एक संबंध है। मेजर द सेंट्रल टेंडेंसीज आर कनेक्टेड बाय, मेजर ऑफ सेंट्रल टेंडेंसी आर कनेक्टेड बाय। हुण साढ़े कोल तीन फॉर्मूले ने, चार फॉर्मूले ने। साढ़े कोल जिहड़ा फॉर्मूला हुंदा है वो हुंदा हैगा बहुलक बराबर 3 मध्यिका माइनस 2 मध्यमान। सी जिहड़ा उत्तर बिल्कुल सही है, मोड इक्वल्स टू 3 मीडियन माइनस 2 मीन। ठीक है, ਇਹਦੇ ਵਿੱਚ ਜੇ ਸਾਨੂੰ ਮੀਡੀਅਨ ਤੇ ਮੀਨ ਦੋ ਦੀ ਕੀਮਤ ਪਤਾ ਤਾਂ ਅਸੀਂ ਤੀਜਾ ਜਿਹੜਾ ਮੋਡ ਹੈ ਉਹ ਪਤਾ ਕਰ ਸਕਦੇ ਹਾਂ। ਠੀਕ ਹੈ, ਤਿੰਨਾਂ ਦੇ ਵਿੱਚੋਂ ਦੋ ਦੀ ਕੀਮਤ ਸਾਨੂੰ ਪਤਾ ਹੋਵੇ ਤਾਂ ਤੀਸਰੇ ਦੀ ਅਸੀਂ ਇਸ ਫਾਰਮੂਲੇ ਤੋਂ ਪਤਾ ਕਰ ਸਕਦੇ ਹਾਂ। ਇਸ ਤੋਂ ਬਾਅਦ ਅਗਲਾ 7ਵਾਂ ਸਵਾਲ ਹੈ ਸਾਡੇ ਕੋਲ, k ਦਾ ਇੱਕ ਅਜਿਹਾ ਮੁੱਲ ਜਿਸ ਲਈ x ਬਰਾਬਰ -3 ਦੋ ਘਾਤੀ ਸਮੀਕਰਨ kx² + x - 6 ਬਰਾਬਰ 0 ਦਾ ਮੂਲ ਹੋਵੇ। ਠੀਕ ਹੈ, the value of k for which x equals to -3 is the root of the quadratic equation kx² + x - 6 equals to 0। तो जे साडे कोल x बराबर -3 इस दो घाती समीकरण का इस क्वाड्रेटिक इक्वेशन का मूल है तो इनू सैटिस्फाई करेगा। सैटिस्फाई करने का मतलब है तो k x की जगह पे अगर असीं -3 भर देंगे, इतने साडे कोल k x² है तो -3 का स्क्वायर आ जाएगा। x की जगह पे जैसे 3 लिखा तो x की जगह पे भी साडे कोल इत्थे भी असीं सबस्टिट्यूट कर देंगे, x की जगह पे -3 लिख देंगे। ठीक है, -6 बराबर 0। तो ये इनू सैटिस्फाई करना चाहिए, भाव खब्बे पासे की जिहड़ी कीमत है वो 0 ही होनी चाहिए है। इनू असीं हल करांगे तो k की कीमत जिहड़ी इत्थों पता कर लांगे। -3 का वर्ग है, ये साडे कोल 9 हो जाएगा, 9k -3 -6 बराबर 0। 9k -3 -6 ये साडे कोल माइनस दे 9 हो जाएंगे बराबर 0। तो 9k बराबर 9, इट इंप्लाइज k इक्वल्स टू 9/9 इक्वल्स टू 1। ठीक है, तो k की जिहड़ी कीमत है वो साडे कोल 1 बन जाती है। ठीक है, तो बी जिहड़ा है बिल्कुल सही जवाब है इस सवाल का। इस तो बाद अगला 8वां सवाल है साडे कोल, सारे चक्कर हुंदे हन डैश, सारे चक्कर समरूप हुंदे हन। सरबंग सम नहीं हुंदे क्योंकि इन्हां दी शक्ल जिहड़ी शेप है वो इक्को जी हुंदी है पर साइज इक्को जिहा नहीं हुंदा। ठीक है, तो समरूप हुंदे हन या सिमिलर भी कह सकते हैं। इस तो बाद अगला सवाल है, किसी टीम के फुटबॉल के 10 मैचों में हेठ लिखे गोल किए, किसी टीम ने फुटबॉल के 10 मैचों में हेठ लिखे गोल किए, द goals made by a team in 10 football matches are as follows: 3 6 4 5 0 2 1 3 2 3। इन्हां अंकड़ियां दा बहुलक पता करो, फाइंड द मोड ऑफ द डेटा। तो इन्हां दा मोड असीं पता करना है, बहुलक पता करना है। इन्हां नूं असीं असेंडिंग ऑर्डर दे विच एक बार लिख लैंदे आ। सब तो पहलां साडे कोल 0 आएगा,
ठीक है। उस तो बाद साडे कोल एक जिहड़ा है वो सिर्फ एक बार है, तो एक असीं लिख लैंदे आ। फिर दो जिहड़ा है वो एक बार है, दो बार है, ठीक है। तो इन्हों असीं सर्कल करते जाने, जिहड़े आपां लिख लेने, ठीक है। दो दो बार है तो इन्हों असीं दो बार लिख लवांगे। इस तो बाद तीन साडे कोल एक, दो ते तीन बार है, ठीक है। तीन तीन ते तीन। इस तो बाद चार साडे कोल एक बार है, पांच भी एक बार है, छे भी एक बार है, ठीक है। तो ਇਹਦੇ ਵਿੱਚੋਂ ਜਿਹੜੀ ਸੰਖਿਆ ਸਾਡੇ ਕੋਲ ਜਿਹੜਾ ਅੰਕੜਾ ਸਭ ਤੋਂ ਜ਼ਿਆਦਾ ਵਾਰ ਆ ਰਿਹਾ, ਜਿਵੇਂ ਕਿ ਇਹਦੇ ਵਿੱਚ 3 ਜਿਹੜਾ ਉਹ ਸਭ ਤੋਂ ਜ਼ਿਆਦਾ ਵਾਰ ਆ ਰਿਹਾ, तो ਇਹ ਹੀ ਸਾਡੇ ਕੋਲ ਇਹਨਾਂ ਅੰਕੜਿਆਂ ਦਾ ਬਹੁਲਕ ਹੈ। तो ਇਸ ਸਵਾਲ ਦਾ ਜਿਹੜਾ ਉੱਤਰ ਹੈ ਉਹ ਸਾਡੇ ਕੋਲ C ਆਏਗਾ, 3, ਠੀਕ ਹੈ। ਇਸ ਤੋਂ ਬਾਅਦ 10ਵਾਂ ਸਵਾਲ ਹੈ, ਜੇਕਰ ਦੋ ਘਾਤੀ ਸਮੀਕਰਨ x² - bx + 1 = 0 ਦੇ ਦੋ ਸਮਾਨ ਮੂਲ ਹਨ, if the equation this has two same roots, two equal roots, then अगर किसी भी दो घाती समीकरण के रूट्स जिहड़े है मूल है वो समान होण, ਇਹਦਾ मतलब ਇਹਦਾ ਜਿਹੜਾ डिस्क्रिमिनेंट है वो ਸਾਡੇ ਕੋਲ ਕੀ ਹੋਏਗਾ, 0 ਦੇ बराबर होएगा, ठीक है। तो डिस्क्रिमिनेंट 0 अगर ਇਹਦੇ मूल बराबर है, मूल समान ਹਨ ਤਾਂ b² - 4ac ਇਹ ਸਾਡੇ ਕੋਲ ਆਏਗਾ 0 ਦੇ ਬਰਾਬਰ। तो इस इक्वेशन ਨੂੰ ਜਦੋਂ ਅਸੀਂ ax² + bx + c ਦੇ ਨਾਲ ਕੰਪੇਅਰ ਕਰਾਂਗੇ ਤਾਂ a ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ 1 ਬਣਦੀ ਹੈ, b ਦੀ ਕੀਮਤ ਸਾਡੇ ਕੋਲ ਇੱਥੇ ਅਸੀਂ ਦੇਖੀਏ ਤਾਂ ਉਹ -b ਬਣਦੀ ਹੈ, ਠੀਕ ਹੈ। ਤੇ c ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ 1 ਬਣਦੀ ਹੈ, ਠੀਕ ਹੈ। तो ਇਹਨਾਂ ਨੂੰ ਅਸੀਂ ਇੱਥੇ ਵੈਲਿਊਜ਼ ਜਿਹੜੀਆਂ ਫਿਲ ਕਰ ਦਾਂਗੇ, b ਦੀ ਜਗ੍ਹਾ ਤੇ ਸਾਡੇ ਕੋਲ -b ਦਾ ਵਰਗ ਆਏਗਾ ਇੱਥੇ, -b², ठीक है। -4a की जगह ते 1 ते c की जगह ते भी 1 आएगा बराबर 0। तो ये साडे कोल बन गया b² - 4 = 0। इट इंप्लाइज b² = 4, b² बराबर 2। तो b की जिहड़ी कीमत है वो साडे कोल +-2 हो सकती है, क्योंकि वर्गमूल 4 होएगा तो घटाओ दे 2 भी आ सकते हैं, जमा दे 2 भी साडे कोल आ सकते हैं, ठीक है। तो इस सवाल का जिहड़ा सही उत्तर है साडे कोल वो C है। जेकर साडे कोल इस समीकरण दे विच इत्थे -2 जां जमा दे 2 आपां लगा दिंदे हैं b दी जगह ते, तो साडे कोल इस समीकरण दे जिहड़े दोनों मूल ने वो समान बन जाणगे। इस तो बाद अगला 11वां सवाल है, साडे कोल अंक गणितिक लड़ी 3, 7, 11 का 10वां पद होवेगा, वो ਅਸੀਂ ਇਹਨਾਂ ਚਾਰਾਂ ਦੇ ਵਿੱਚੋਂ ਦੱਸਣਾ ਕਿ ਕਿਹੜਾ ਹੋਵੇਗਾ। फाइंड द 10th टर्म ऑफ एन AP 3, 7, 11, ठीक है। तो इस AP ਦੇ ਵਿੱਚ A ਪਹਿਲਾ ਪਦ ਜਿਹੜਾ ਸਾਡੇ ਕੋਲ ਉਹ 3 ਹੈ। ਕਾਮਨ ਡਿਫਰੈਂਸ ਸਾਂਝਾ ਅੰਤਰ D ਜਿਹੜਾ ਉਹ ਅਸੀਂ ਦੇਖ ਸਕਦੇ ਹਾਂ, 4 ਚੋਂ 3 ਨੂੰ ਅਸੀਂ ਮਾਈਨਸ ਕਰੀਏ ਜਾਂ 11 ਚੋਂ 7 ਨੂੰ ਮਾਈਨਸ ਕਰੀਏ, ਸਾਡੇ ਕੋਲ 4 ਆਉਂਦਾ ਹੈ, ਠੀਕ ਹੈ। तो और n ਦੀ ਕੀਮਤ ਜਿਹੜੀ ਉਹ ਸਾਡੇ ਕੋਲ 10 ਹੈ, ਕਿਉਂਕਿ 10ਵਾਂ ਪਦ ਅਸੀਂ ਪਤਾ ਕਰਨਾ ਹੈ। ਤਾਂ ਫਾਰਮੂਲਾ nth ਪਦ ਦੇ ਲਈ, nਵੇਂ ਪਦ ਦੇ ਲਈ ਸਾਡੇ ਕੋਲ ਹੁੰਦਾ ਹੈ an बराबर a + n - 1d। तो a10 ਅਸੀਂ ਪਤਾ ਕਰਨਾ ਹੈ, तो a ਦੀ ਕੀਮਤ ਜਿਹੜੀ 3 ਹੋ ਜਾਏਗੀ, ਜਮਾ n ਦੀ ਕੀਮਤ ਜਿਹੜੀ ਸਾਡੇ ਕੋਲ 10 ਹੋ ਜਾਏਗੀ, 10 ਘਟਾਓ 1 ਤੇ d ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ 4 ਹੋ ਜਾਏਗੀ, ठीक है। तो ये बनेगा 3 जमा इतने 9 आ जाएगा, 9 चौका 36, 36 ਤੇ ਇਹ ਸਾਡੇ ਕੋਲ ਬਣੇਗਾ 39। तो 10वां पद ਜਿਹੜਾ ਇਸ AP ਦਾ ਉਹ ਸਾਡੇ ਕੋਲ ਕੀ ਹੋਏਗਾ, 39 ਹੋਏਗਾ। तो C ਜਿਹੜਾ ਹੈ ਬਿਲਕੁਲ ਸਹੀ ਜਵਾਬ ਹੈ ਇਸ ਸਵਾਲ ਦਾ, ठीक है। इस तो बाद अगला सवाल है, साडे कोल 12वां हेठ लिखियां विच किहड़ी दो घाती समीकरण नहीं है। तो ये समीकरण सानू दित्तियां होईयां ने, विच ऑफ द फॉलोइंग इज नॉट अ क्वाड्रेटिक इक्वेशन, ये असीं दसना है, ठीक है। तो इन्हां नूं सिंपलीफाई करन तो बाद ही सानू पता लग सकता है कि दो घाती समीकरण है या नहीं है। इहदे विच आपां नूं देखना पेगा। तो पहली जिहड़ी समीकरण है x² - 2x, हुण इहदे विच जिहड़ा ए वाला डिफरेंट है, आ थल्ले हेठां जिहड़ा ए डिफरेंट है, ये भी दोनों डिफरेंट ने, ये भी दोनों डिफरेंट ने, ठीक है। तो असी जो पंजाबी वाला उन्होंने सॉल्व कर लेने, ठीक है। बाकी नीचे वाला भी उस ढंग के नाल होएगा, क्योंकि ये ऑप्शन जिहड़ियां सेम नहीं दित्तियां हुई, ठीक है। तो असी पहला पंजाबी वाले नूं देख लेने, x² - 2x - 3 ये बराबर है साडे कोल -2 और नाल साडे कोल आएगा इत्थे x - 2। तो ये साडे कोल क्वाड्रेटिक इक्वेशन है, दो घाती समीकरण है, क्योंकि ये x² की टर्म जी खत्म नहीं होएगी, क्योंकि होर x² की कोई टर्म है नहीं जिहदे नाल कट्टी जा सके। अगर वो नैगेटिव आ तो साडे कोल पॉजिटिव है, दोनों खत्म हो जाए तो साडे कोल x² वाली टर्म ये ना रहे, तो फिर ये संख्या जी इक्वेशन है वो दो घाती नहीं रहेगी।
पर ये एक्स स्क्वायर जो महफूज है इनू कुछ नहीं होने लग्या, तो ये साडे कोल दो घाती समीकरण है। और दूसरे दे विच अगर असी देखिए तो ये साडे कोल है एक्स क्यूब माइनस 5x स्क्वायर माइनस एक्स प्लस 1 बराबर एक्स माइनस 5 का कण जे असी करिए तो ये साडे कोल फार्मूला बन जाता हुंदा है एक्स क्यूब माइनस 3x स्क्वायर नाल इत्थे साडे कोल 5 आ जाएगा जमा 3x और नाल इत्थे 5 का वर्ग आ जाएगा और माइनस 5 का कण आ जाएगा माइनस 5 क्यूब। ठीक है, तो ये अगर असी देखिए तो एक्स क्यूब के नाल एक्स क्यूब ये साडे कोल कटिया जाता है। ठीक है, तो खब्बे पासे साडे कोल बचेगा माइनस 5x स्क्वायर माइनस एक्स जमा 1 बराबर दूजे पासे साडे कोल ये जिहड़ी टर्म है ये बन जाती है 5×15 माइनस 15x स्क्वायर और ये साडे कोल बन जाती है तो 5 का वर्ग होएगा 25, 25 नूं 3 नाल गुणा करांगे 75, 75x आ जाएगा साडे कोल। ठीक है, और माइनस 125 आ जाएगा। ठीक है, तो ये भी असी देख सकते हैं कि एक्स स्क्वायर वाली टर्म जी साडे कोल खत्म नहीं होएगी। ये सारिया टर्म्स नूं असी दूजे पासे जेकर शिफ्ट कर लीए तो माइनस के 15 ने ये माइनस के 15 एक्स स्क्वायर जमा 75x माइनस 125 इनू जो असी इधर शिफ्ट करांगे साडे कोल जमा 5x स्क्वायर हो जाएगा। ठीक है, और माइनस एक्स है दूसरे पासे लेके जावांगे जमा एक्स हो जाएगा, एक इधर जमा का दूसरे पासे घटाओ का एक्स हो जाएगा। ठीक है, बराबर 0, तो इधर 0 बचना सी उन्होंने मैं सज्जे पासे लिख लिया। ठीक है, तो ये देख सकते हैं एक्स स्क्वायर वाली टर्म जी साडे कोल रहिंदी है। सो ये साडे कोल दो घाती समीकरण है। ठीक है, माइनस 126 बराबर 0। ठीक है, तो इस टर्म करके साडे कोल बी जिहड़ा है भी दो घाती समीकरण होएगा। ठीक है, इस तो बाद सी की असी गल करते हैं। सी देख लेने, सी सिंपलीफाई करके सी जिहड़ा पार्ट है एक्स स्क्वायर जमा 4x जमा 4 बराबर इनू असी खोल लेने वर्ग नूं ए दी 2 माइनस 2 ए बी तो 6x हो जाएगा जमा 3 3 9 आ जाएगा। एक्स स्क्वायर के नाल एक्स स्क्वायर जो कटिया जाएगा 4x है इधर आके साडे कोल 6x जो भी जमा का हो जाएगा, ये जमा के 4 ने माइनस के 9 बराबर 0 तो 6 4 ये साडे कोल 10x माइनस के 5 बराबर 0। ठीक है, तो इस समीकरण के एक्स स्क्वायर वाली टर्म जी एक्स की घात 2 वाली टर्म जी खत्म हो जाती, इसलिए ये सी जिहड़ा है साडे कोल दो घाती समीकरण नहीं है। तो इस सवाल का सही जवाब साडे कोल जिहड़ा सी ऑप्शन है। ठीक है, तो जिहड़ा ये है इंग्लिश वाला पार्ट हुण इहदे विच टर्म्स जिहड़ियां डिफरेंट दित्तियां हुई हैं, वैल्यूज़ डिफरेंट दित्तियां हुई हैं, तो इहनूं तुसीं खुद जिहड़ा एक बार ट्राई करके देख लिओ, बिल्कुल इसे ढंग दे नाल इहनूं आपां सॉल्व कर सकते हैं। ठीक है, ਇਹਦੇ ਵਿੱਚ भी सी ਜਿਹੜਾ है वो दो घाती समीकरण नहीं होएगा, ये दोनों ਜਿਹੜੇ दो घाती समीकरण होणगे। ठीक है जी, तो 13वां क्वेश्चन ਸਾਡੇ ਕੋਲ ਹੈ ਜੇ P Q R S T ਅਤੇ U ਅੰਕਗਣਿਤਕ ਲੜੀ ਵਿੱਚ ਹਨ ਤਾਂ ਸਾਂਝਾ ਅੰਤਰ D ਕਿਸ ਦੇ ਬਰਾਬਰ ਹੋਏਗਾ। ਠੀਕ ਹੈ, तो ਇਹਦੇ ਵਿੱਚ ਜਿਹੜੀਆਂ ਆਪਸ਼ਨਸ ਥੱਲੇ ਦਿੱਤੀਆਂ ਹੋਈਆਂ ਨੇ ਇਹਦੇ ਵਿੱਚ ਆਪਾਂ ਦੇਖਦੇ ਹਾਂ ਇੱਥੇ ਸਮਾਲ ਲੈਟਰਸ ਯੂਜ਼ ਹੋ ਗਏ, ਵੈਸੇ ਤੇ ਕੈਪੀਟਲ ਲੈਟਰਸ ਹੀ ਹੋਣੇ ਚਾਹੀਦੇ ਸੀ। ਤੇ ਸਾਡੇ ਕੋਲ B ਜਿਹੜਾ ਹੈ 2 टाइम्स T माइनस U आएगा और C ऑप्शन ਜਿਹੜੀ है वो ਸਾਡੇ ਕੋਲ R माइनस P और D ऑप्शन ਸਾਡੇ ਕੋਲ T माइनस S आएगा। ठीक है, तो ਇਹਦੇ ਵਿੱਚ ਅਸੀਂ ਦੇਖਣਾ ਹੈ ਕਿ ਸਾਂਝਾ ਅੰਤਰ ਜਿਹੜਾ ਉਹ ਸਾਡੇ ਕੋਲ ਕੀ ਹੋਏਗਾ। ਦੇਖੋ ਹੁਣ ਜਿਹੜਾ R माइनस P है, R ਤੇ P ਦਾ ਡਿਫਰੈਂਸ ਹੈ, अगर ਇਹਦਾ ਡਿਫਰੈਂਸ ਲੈ ਕੇ ਫਿਰ ਉਹਦਾ ਹਾਫ ਕੀਤਾ ਹੁੰਦਾ ਫਿਰ ਉਹ ਸਾਡੇ ਕੋਲ ਸਾਂਝਾ ਅੰਤਰ ਬਣਨਾ ਸੀ, ਬਟ ਉਹਨੂੰ ਅੱਗੇ 2 ਦੇ ਨਾਲ ਮਲਟੀਪਲਾਈ ਕੀਤਾ ਤਾਂ ਇਹ ਉੱਤਰ ਤਾਂ ਹੋ ਨਹੀਂ ਸਕਦਾ। T माइनस U तो अगे वाले चों बाद वाला अंक जरा असी माइनस करते हैं जे तो फिर भी साडे कोल साझा अंतर नहीं प्राप्त होता, फिर उन्होंने 2 दे नाल भी गुणा किया, भी गलत है। R माइनस P ये भी नहीं हो सकता है क्योंकि जी बादा विच वो छड्डिया गया। ठीक है, तो T माइनस S तो ये साडे कोल दो कंसेक्टिव जिहड़े नंबर है इन्हां दा डिफरेंस है, तो ये साडे कोल साझा अंतर होएगा। ठीक है, तो D जिहड़ी ऑप्शन है वो इस सवाल दी सही ऑप्शन है। हाँ जी, तो अगला सवाल साडे कोल है रेखी समीकरण के जोड़े 2x जमा 3y जमा 5 बराबर 0 माइनस 3x माइनस 6y जमा 1 बराबर 0 का हल होगा। अणगिणत रूप में ये कई हल होंगे, विलक्षण हल है, कोई हल नहीं है, जिन्हां विचों कोई हल इन्हां विचों कोई हल नहीं है। ठीक है, कोई उत्तर सही नहीं है। द पेयर ऑफ इक्वेशंस दिस एंड दिस हैव इनफाइनाइट नंबर ऑफ सॉल्यूशंस, यूनिक सॉल्यूशन, नो सॉल्यूशन, नन ऑफ दिस। तो ये जिहड़ी साडे कोल दिते हुए ने समीकरण 2x जमा 3y जमा 5 बराबर 0 ते माइनस 3x माइनस 6y जमा 1 बराबर 0। ये जेकर असी गल करिए तो A1 साडे कोल 2 है, B1 साडे कोल 3 है ते C1 साडे कोल 5 है। ठीक है,
तो a1 मतलब x का कोएफिशिएंट, x ਦਾ ਗੁਣਾਂਕ, b1 मतलब y ਦਾ ਗੁਣਾਂਕ ਤੇ c1 मतलब ਜਿਹੜਾ ਸਾਡੇ ਕੋਲ ਕਾਂਸਟੈਂਟ ਟਰਮ ਹੈ, ਅਚਲ ਪਦ ਹੈ। ਠੀਕ ਹੈ, तो इसे ढंग ਦੇ ਨਾਲ ਦੂਸਰੇ ਸਮੀਕਰਨ ਦੇ ਵਿੱਚ a2 ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ -3 ਹੈ ਔਰ b2 ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ -6 ਨੇ ਤੇ c2 ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ 1 ਹੈ। तो a1 ਬਟਾ a2 ਜਦੋਂ ਅਸੀਂ ਇਹਦੇ ਚੈੱਕ ਕਰਾਂਗੇ ਤਾਂ ਇਹ ਸਾਡੇ ਕੋਲ ਬਣੇਗਾ बराबर 2 बटा -3। ठीक है, जहाँ ਅਸੀਂ ਇਹਨੂੰ -2 बटा 3 ਕਹਿ ਸਕਦੇ ਹਾਂ। और b1 b2 ਜਦੋਂ ਅਸੀਂ ਚੈੱਕ ਕਰਾਂਗੇ b1 बटा b2 ਇਹ ਸਾਡੇ ਕੋਲ ਆਏਗਾ 3 बटा -6 ਤੇ ਦੋਨੋਂ ਕੱਟੇ ਜਾ ਸਕਦੇ ਨੇ, 3 × 3 3 दूनी 6 ਤਾਂ ਇਹ ਸਾਡੇ ਕੋਲ -1 बटा 2 ਬਣ ਜਾਂਦਾ। ਠੀਕ ਹੈ, तो ਇਹਨਾਂ ਦੋਨਾਂ ਦੀ ਵੈਲਿਊ ਜਿਹੜੀ ਹੈ ਕੀਮਤ ਹੈ ਇੱਕ ਦੂਜੇ ਦੇ ਬਰਾਬਰ ਨਹੀਂ ਹੈ। ਜਦੋਂ ਸਾਡੇ ਕੋਲ a1 बटा a2 b1 बटा b2 ਦੇ ਬਰਾਬਰ ਨਾ ਹੋਵੇ ਤਾਂ ਫਿਰ ਸਾਡੇ ਕੋਲ ਕੀ ਹੁੰਦਾ ਹੈ, ਵਿਲੱਖਣ ਹੱਲ ਜਾਂ ਅਸੀਂ ਯੂਨੀਕ ਸੋਲੂਸ਼ਨ ਕਹਿ ਸਕਦੇ ਹਾਂ। ਠੀਕ ਹੈ, ਵਿਲੱਖਣ ਹੱਲ ਜਾਂ ਯੂਨੀਕ ਸੋਲੂਸ਼ਨ। ਅਗਰ ਇਹ ਦੋਨੋਂ ਬਰਾਬਰ ਹੋ ਜਾਂਦੇ ਨੇ ਫਿਰ ਅਸੀਂ ਤੀਜਾ ਜਿਹੜਾ c1 ਚੈੱਕ ਕਰਦੇ ਹਾਂ, c1 ਅਤੇ c2 ਉਹ ਵੀ ਅਸੀਂ ਇੱਥੇ ਡਿਸਕਸ ਕਰ ਲੈਂਦੇ ਹਾਂ, ਨਾਲ ਐਡੀਸ਼ਨਲ ਨੌਲੇਜ ਹੋ ਜਾਏਗੀ। ਅਗਰ a1 ਬਟਾ a2 ਬਰਾਬਰ ਹੋ ਜਾਏ b1 ਬਟਾ b2 ਦੇ ਤੇ ਬਰਾਬਰ ਹੋ ਜਾਏ c1 ਬਟਾ c2 ਦੇ ਵੀ, ਫਿਰ ਅਣਗਿਣਤ ਹੱਲ ਹੋ ਜਾਂਦੇ ਨੇ। ਅਣਗਿਣਤ ਹੱਲ ਸਾਡੇ ਕੋਲ ਇਨਫਾਈਨਾਈਟ ਸੋਲੂਸ਼ਨ ਜਿਹੜੇ ਆ ਉਹ ਬਣਦੇ। और जेकर साडे कोल a1 बटा a2 b1 बटा b2 ਦੇ ਬਰਾਬਰ ਤਾਂ ਹੋਵੇ ਪਰ ਇਹਨਾਂ ਦੀ ਕੀਮਤ ਅੱਗੇ c1 ਬਟਾ c2 ਦੇ ਬਰਾਬਰ ਨਾ ਹੋਏ ਫਿਰ ਕੋਈ ਹੱਲ ਨਹੀਂ ਹੁੰਦਾ, ਕੋਈ ਹੱਲ ਨਹੀਂ ਹੁੰਦਾ। ਜਦੋਂ ਸਾਡੇ ਕੋਲ ਹੱਲ ਹੁੰਦਾ ਹੈ ਸਮੀਕਰਨਾਂ ਦਾ ਉਸ ਵੇਲੇ ਅਸੀਂ ਉਹਨਾਂ ਨੂੰ ਸੰਗਤ ਜਾਂ ਕੰਸਿਸਟੈਂਟ ਬੋਲਦੇ ਹਾਂ, ਜਦੋਂ ਕੋਈ ਹੱਲ ਨਹੀਂ ਹੁੰਦਾ ਉਸ ਵੇਲੇ ਅਸੰਗਤ ਜਾਂ ਇਨਕੰਸਿਸਟੈਂਟ ਬੋਲਦੇ ਹਾਂ। ਉਹਦੇ ਤੇ ਵੀ ਬੇਸਡ ਕੁਐਸਚਨ ਜਿਹੜਾ ਪੁੱਛਿਆ ਜਾ ਸਕਦਾ ਹੈ। ਇਸ ਤੋਂ ਬਾਅਦ ਅਗਲਾ ਸਵਾਲ ਹੈ ਸਾਡੇ ਕੋਲ ਦੋ ਸੰਖਿਆਵਾਂ ਪਤਾ ਕਰੋ ਜਿਨ੍ਹਾਂ ਦਾ ਜੋੜ 33 ਅਤੇ ਗੁਣਨਫਲ 260 ਹੋਵੇ। ਠੀਕ ਹੈ, तो दो संख्यावां जिन्हां दा जोड़ देती है, एक संख्या असीं x मान लैंदे हां तो दूसरी संख्या जिहड़ी साडे कोल 33 माइनस x हो जाएगी। ठीक है ना, एक 33 जोड़ है तो एक संख्या अगर x है तो दूजी 33 होएगी। जिवें अगर साडे कोल दो संख्यावां दा जोड़ 15 होवे उहदे विचों एक 7 है तो दूजी की होएगी, 15 दे विचों 7 असीं घटा देंगे साडे कोल 8 बन जाएगी। ठीक, तो 8 ते 7 15। इसे ढंग दे नाल अगर जोड़ संख्यावां दा 33 है तो एक संख्या अगर x है तो दूसरी 33 माइनस x होएगी। तो इन्हां दा गुणनफल है साडे कोल 260। तो x नूं असीं 33 माइनस एक्स के नाल जदों गुणा करांगे साडे कोल बन जाता है 260। ठीक है, तो क्योंकि असीं सिर्फ ऑप्शन ही देनी है तो रफ दे विच आपां ज़्यादा डिटेल दे विच इहनूं करन दी जरूरत नहीं है, जिवें असीं आम तौर ते पेपर दे विच करदे हां। तो इहदे विच सानूं ज़्यादा डिटेल देण दी जरूरत नहीं है, रफ दे विच आपां करके सिर्फ उत्तर जिहड़ा ओह तीनों ऑप्शनस दे विचों जिहड़ा सही है ओह असीं टिक करना है। ठीक है, तो x नूं 33 नाल गुणा करांगे साडे कोल 33x बन जाएगा, माइनस x इंटू x है साडे कोल x स्क्वायर हो जाएगा बराबर 260। तो ये दोनों असीं दूजे पासे शिफ्ट कर लेने, तो 0 बराबर एक्स स्क्वायर माइनस 33x जमा 260। ठीक है, तो हुण असीं दो संख्यावां जिहड़ियां पता करनियां ने जिन्हां दा जोड़ जिहड़ा साडे कोल 33 बने ते जेकर उन्हां नूं असीं गुणा करिए तां ओह साडे कोल 260 बने। तो इहो जिहियां दो संख्यावां साडे कोल एक हो सकदी है 20 ते 13। जेकर असीं देखिए 20 ਨੂੰ 13 ਨਾਲ ਗੁਣਾ ਕਰਾਂਗੇ ਤਾਂ ਇਹ ਸਾਡੇ ਕੋਲ 13 दूना 26 260 ਬਣ ਜਾਏਗਾ, ਦੋਨਾਂ ਨੂੰ ਜੋੜਾਂਗੇ ਤਾਂ ਸਾਡੇ ਕੋਲ 33 ਬਣ ਜਾਏਗਾ। ਠੀਕ ਹੈ, ਸਾਨੂੰ ਘਟਾਓ ਦੇ 33 ਚਾਹੀਦੇ ਨੇ ਤਾਂ ਦੋਨੋਂ ਸੰਖਿਆਵਾਂ ਜਿਹੜੀਆਂ ਅਸੀਂ ਘਟਾਓ ਦੀਆਂ ਲੈ ਲਾਂਗੇ। ਠੀਕ ਹੈ, तो -20 ਤੇ -13 ਇਹ ਸਾਡੇ ਕੋਲ ਦੋ ਸੰਖਿਆਵਾਂ ਮਿਡਲ ਟਰਮ ਨੂੰ ਆਪਾਂ ਸਪਲਿਟ ਕਰ ਲਾਂਗੇ ਇਹਨਾਂ ਦੇ ਨਾਲ, x स्क्वायर माइनस 20x माइनस 13x जमा 260 बराबर 0। ठीक है, तो ये x कॉमन लिया है साढ़े को x माइनस 20 आ जाएगा और इतों असीं माइनस 13 कॉमन लवांगे, ये 20 साढ़े को x माइनस 20 जड़ा बन जाएगा। ठीक है, तो इनू फरदर असीं x माइनस 13 और x माइनस 20 लिख सकते हैं बराबर 0। तो जेकर दोनों का प्रोडक्ट साढ़े को 0 है तो जां तां साढ़े को x माइनस 13 की कीमत जी 0 होनी चाहिए है, तां ही गुणनफल 0 हो रहा है, जां फिर असीं x माइनस 20 की जी कीमत है वो 0 होनी चाहिए। तो इतों साढ़े को x बराबर 13 आ जाएगा और ये x की कीमत जी साढ़े को 20 आ जाएगी। ठीक है, तो जेकर x की कीमत साढ़े कोल 13 है तो 33 माइनस x जी दूसरी संख्या आप मनी सी उहदी कीमत कितनी होएगी, 33 दे विचों असीं 13 घटावांगे साढ़े कोल 20 आ जाएगा। ठीक है, तो इस ढंग दे नाल जेकर असीं x की कीमत 20 लैने हैं तो 33 माइनस x की जी कीमत है वो साढ़े कोल 13 आ जाएगी।
तो ये दो संख्यावां ਜਿਹੜੀਆਂ ਸਾਡੇ ਕੋਲ ਉੱਤਰ ਬਣ ਜਾਂਦੀਆਂ ਨੇ, ਚਾਹੇ 20 ਤੇ 13 ਆਪਾਂ ਗਿਣ ਲਈਏ ਜਾਂ 13 ਤੇ 20 ਗਿਣ ਲਈਏ। ਠੀਕ ਹੈ, ਇਹ ਦੋਨੋਂ ਸਾਡੇ ਕੋਲ ਉੱਤਰ ਨੇ। तो ऑप्शंस ਦੇ ਵਿੱਚ ਅਸੀਂ ਦੇਖੀਏ ਤਾਂ ਸਾਨੂੰ ਡੀ ਆਪਸ਼ਨ ਜਿਹੜੀ ਸਵਾਲ ਦੀ ਬਿਲਕੁਲ ਸਹੀ ਹੈ। ਠੀਕ ਹੈ, 20 ਤੇ 13, 13 ਤੇ 20 ਲੋੜੀਂਦੀਆਂ ਸੰਖਿਆਵਾਂ ਹਨ। ਇਸ ਤੋਂ ਬਾਅਦ ਅਗਲਾ ਸਵਾਲ ਹੈ 16ਵਾਂ, ਦੋ ਖੰਭੇ ਜਿਨ੍ਹਾਂ ਦੀਆਂ ਉਚਾਈਆਂ 4 ਮੀਟਰ ਅਤੇ 7 ਮੀਟਰ ਹਨ ਅਤੇ ਸਮਤਲ ਭੂਮੀ ਤੇ ਖੜੇ ਹਨ। ਤੋਂ ਦੋ ਆਪਾਂ ਪਹਿਲਾਂ ਖੰਭੇ ਜਿਹੜੇ ਇੱਥੇ ਬਣਾ ਲੈਂਦੇ ਆ। ਇੱਕ ਖੰਭਾ ਸਾਡੇ ਕੋਲ ਇਹ ਮੰਨ ਲਓ ਹੈ 4 ਮੀਟਰ, ਇੱਕ ਖੰਭਾ ਸਾਡੇ ਕੋਲ ਇੱਥੇ ਹੈ 7 ਮੀਟਰ। ਠੀਕ ਹੈ, ਜੇਕਰ ਉਹਨਾਂ ਦੇ ਹੇਠਲੇ ਸਿਰਿਆਂ ਦੀ ਵਿਚਕਾਰਲੀ ਦੂਰੀ 4 ਮੀਟਰ ਹੋਵੇ, ਇਹ ਜਿਹੜੀ ਦੂਰੀ ਹੈ ਇਹ 4 ਮੀਟਰ ਹੈ। ਠੀਕ ਹੈ, ਤਾਂ ਉਹਨਾਂ ਦੇ ਉੱਪਰਲੇ ਸਿਰਿਆਂ ਦੀ ਵਿਚਕਾਰਲੀ ਦੂਰੀ ਕੀ ਹੋਵੇਗੀ, ਅਸੀਂ ਪਤਾ ਕਰਨਾ ਹੈ। Two poles of height 4 meter and 7 meter stand vertically upright on a plain ground. If the distance between their feet is 4 meter, the distance between their tops is what? ਹੁਣ ਇਹਦੇ ਵਿੱਚ ਜੇਕਰ ਅਸੀਂ ਇਹਨੂੰ ਲਿਖ ਲੈਨੇ, ਸਾਡੇ ਕੋਲ 4 ਮੀਟਰ ਹੈ ਔਰ ਇਹ ਸਾਡੇ ਕੋਲ 7 ਮੀਟਰ ਹੈ। ਠੀਕ ਹੈ, ਔਰ ਦੋਨਾਂ ਦੇ ਆਧਾਰਾਂ ਦੇ ਵਿੱਚ ਜਿਹੜੀ ਬੇਸ ਦੇ ਵਿੱਚ ਜਿਹੜੀ ਦੂਰੀ ਹੈ ਉਹ ਵੀ ਸਾਡੇ ਕੋਲ 4 ਮੀਟਰ ਹੈ। ਠੀਕ ਹੈ, ਤੋ ਇੱਥੋਂ ਅਗਰ ਅਸੀਂ ਪਰਪੈਂਡੀਕੂਲਰ ਡਰਾ ਕਰੀਏ ਇੱਥੇ ਤੱਕ, ਠੀਕ ਹੈ, ਤੋ ਇਹਨੂੰ ਅਸੀਂ ਜੁਆਇਨ ਕਰ ਦਿੰਦੇ ਉੱਪਰ। ਹਾਂਜੀ, तो क्योंकि ये साढ़े कोल पूरी लंबाई 7 है तो ये साढ़े कोल 4 है, 4 के सामने वाला ये हिस्सा ये भी साढ़े कोल 4 होएगा। ठीक है, इनू असी अगर ए बी मान लेने, नाम भी दे लेने ए बी सी डी। ठीक है, और ये साढ़े कोल बिंदु एम है तो ये इत्थे परपेंडिकुलर होएगा। ठीक है, तो ए एम की लंबाई जी साढ़े कोल बी डी के बराबर होएगी, बी डी 4 मीटर है तो ए भी 4 मीटर होएगा। ठीक है, उस तो बाद सी डी की लंबाई जी 7 मीटर है पर एम डी की लंबाई जी ए बी के बराबर होएगी। ठीक है, तो ये 4 मीटर होएगा। एम डी तो 7 ਦੇ ਵਿੱਚੋਂ 4 ਅਸੀਂ ਮਾਈਨਸ ਕਰਾਂਗੇ, ਸਾਡੇ ਕੋਲ 3 ਮੀਟਰ ਆਏਗਾ। तो ਇਹ ਸਮਕੋਣੀ ਤ੍ਰਿਭੁਜ ਜਿਹੜੀ ਸਾਡੇ ਕੋਲ ਬਣੀ ਹੈ AMC, ਇਹਦੇ ਵਿੱਚ ਹੁਣ ਸਾਨੂੰ ਬੇਸ ਵੀ ਪਤਾ ਹੈ, ਆਧਾਰ ਵੀ ਪਤਾ ਹੈ ਤੇ ਲੰਬ ਵੀ ਪਤਾ ਹੈ, ਤਾਂ ਅਸੀਂ ਕਰਨ ਜਿਹੜਾ ਉਹ ਕੱਢ ਸਕਦੇ ਹਾਂ। ਠੀਕ ਹੈ, ਸਾਨੂੰ ਪਤਾ ਫਾਰਮੂਲਾ ਦਾ ਕੀ ਹੋਏਗਾ, ਕਰਨ ਦਾ ਵਰਗ ਮਤਲਬ AC ਦਾ ਵਰਗ ਬਰਾਬਰ ਆਧਾਰ ਦਾ ਵਰਗ ਜਮਾ ਲੰਬ ਦਾ ਵਰਗ CM ਦਾ ਵਰਗ। तो AM है 4 मीटर, 4 ਦਾ ਵਰਗ, CM है 3 ਦਾ ਵਰਗ, तो ये साढ़े कोल 16 जमा 9 बराबर 25 आएगा। तो AC का वर्ग बराबर 25 है, तो AC की कीमत पता करने के लिए ਅਸੀਂ 25 का वर्गमूल कर देंगे तो ये साढ़े कोल 5 मीटर बन जाएगा। ठीक है, तो इस तरह पोल के ਜਿਹੜੇ ਸਿਰਿਆਂ ਦੇ ਵਿਚਕਾਰਲੀ ਜਿਹੜੀ ਦੂਰੀ ਹੈ ਉਹ ਸਾਡੇ ਕੋਲ ਕਿੰਨੀ ਬਣੇਗੀ, 5 मीटर। ठीक है, तो इस सवाल का ਜਿਹੜਾ सही जवाब है वो ਸਾਡੇ ਕੋਲ 5ਵਾਂ है, ਇੱਥੇ सेंटीमीटर नहीं आएगा, मीटर आएगा, 5 मीटर। ठीक है, ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ ਦੋ ਬਰਾਬਰ ਕੋਣਾਂ ਵਾਲੇ ਸਮਦੋਭੁਜੀ ਤ੍ਰਿਭੁਜਾਂ ਦੇ ਖੇਤਰਫਲਾਂ ਦਾ ਅਨੁਪਾਤ 25:49 ਹੈ। ਇਹਨਾਂ ਤ੍ਰਿਭੁਜਾਂ ਦੀਆਂ ਸੰਗਤ ਉਚਾਈਆਂ ਦਾ ਅਨੁਪਾਤ ਕੀ ਹੋਵੇਗਾ ਉਹ ਆਪਾਂ ਦੇਖਣਾ ਹੈ। Two isosceles triangles have their equal angles and their areas are in the ratio 25:49. The ratio of their corresponding heights is what? ਹੁਣ ਸਾਡੇ ਕੋਲ ਦੋ ਤ੍ਰਿਭੁਜਾਂ ਆਪਾਂ ਪਹਿਲਾਂ ਬਣਾ ਲੈਂਦੇ ਹਾਂ। ठीक है, दोनों आइसोसलीस ट्रायंगल्स ने साढ़े कोल समदोभुजियां त्रिभुजां ने, भाव इन्हां दीयां दो भुजावां जेहड़ियां बराबर होणगियां। ठीक है, एक नूं थोड़ा जिहा वड्डा कर लैंदे असीं। ये जिहड़ी लंबाई असीं दी उचाई जिहड़ी बना लैंदे इस त्रिभुज दी साढ़े कोल उचाई हो जाएगी। ठीक है, तो बराबर कोणां वाले समदोभुजी त्रिभुजां ਦੇ ਖੇਤਰਫਲਾਂ ਦਾ ਅਨੁਪਾਤ, ਇਹਨਾਂ ਦੇ ਜਿਹੜੇ ਸਾਰੇ ਕੋਣ ਨੇ ਉਹ ਆਪਸ ਦੇ ਵਿੱਚ ਜਿਹੜੇ ਸੰਗਤ ਕੋਣ ਨੇ ਉਹ ਬਰਾਬਰ ਨੇ, ਇਸ ਲਈ ਇਹ ਦੋਨੋਂ ਤ੍ਰਿਭੁਜਾਂ ਜਿਹੜੀਆਂ ਸਮਰੂਪ ਹੋਣਗੀਆਂ। ਠੀਕ ਹੈ ਨਾ, तो अगर ये त्रिभुजां समरूप ने तो समरूप त्रिभुजां ਦੇ ਵਿੱਚ ਸਾਡੇ ਕੋਲ ਇਹ ਫਾਰਮੂਲਾ ਹੁੰਦਾ ਹੈ, ਜਿੱਦਾਂ ਅਗਰ ਇਹ त्रिभुज ਸਾਡੇ ਕੋਲ ABC ਹੈ ਔਰ ਇਹਨੂੰ ਅਸੀਂ D ਮੰਨ ਲੈਂਦੇ ਹਾਂ, ਇਹ PQR ਹੈ, PQR और इस बिंदु ਨੂੰ ਅਸੀਂ S ਮੰਨ ਲੈਂਦੇ ਹਾਂ। ठीक है, तो ਕਿਸੇ ਵੀ ਤ੍ਰਿਭੁਜ ਦੋ ਤ੍ਰਿਭੁਜਾਂ ਦੇ ਵਿੱਚ ਜਿਹੜੀਆਂ ਆਪਸ ਦੇ ਵਿੱਚ ਸਮਰੂਪ ਹੈ ਉਹਨਾਂ ਦੇ ਖੇਤਰਫਲਾਂ ਦਾ ਜਿਹੜਾ ਅਨੁਪਾਤ ਹੈ
ਉਹ ਦੋਨੋਂ ਤ੍ਰਿਭੁਜਾਂ ਦੀਆਂ ਸੰਗਤ ਭੁਜਾਵਾਂ ਦੇ ਅਨੁਪਾਤ ਦੇ ਵਰਗਾਂ ਦੇ ਬਰਾਬਰ ਹੁੰਦਾ ਹੈ। ਠੀਕ ਹੈ, ਮਤਲਬ AB ਵਟਾ PQ ਦਾ ਵਰਗ ਹੋਏਗਾ, ਇਹਦੇ ਬਰਾਬਰ ਹੋਏਗਾ। ਪਰ ਇਹਦੇ ਨਾਲ ਨਾਲ ਇੱਕ ਚੀਜ਼ ਇਹ ਵੀ ਹੁੰਦੀ ਹੈ, ਇਹ ਖੇਤਰਫਲਾਂ ਦਾ ਜਿਹੜਾ ਅਨੁਪਾਤ ਹੈ ਉਹ ਇਹਨਾਂ ਦੀਆਂ ਉਚਾਈਆਂ, ਸੰਗਤ ਉਚਾਈਆਂ ਦੇ ਅਨੁਪਾਤ ਦਾ ਵੀ ਵਰਗ ਹੁੰਦਾ ਹੈ। ਭਾਵ ਇੱਥੇ AD ਵਟਾ PS ਦਾ ਵਰਗ ਵੀ ਲਿਖਿਆ ਜਾ ਸਕਦਾ ਹੈ। ਠੀਕ ਹੈ, ਤੋ AD ਤੇ ਜਿਹੜਾ ਇਹਨਾਂ ਦੇ ਖੇਤਰਫਲਾਂ ਦਾ ਅਨੁਪਾਤ ਹੈ ਉਹ ਸਾਨੂੰ ਦਿੱਤਾ ਹੋਇਆ 25 ਤੇ 49, ਉਹ ਅਸੀਂ ਇੱਥੇ ਭਰ ਦਿਆਂਗੇ। तो ये साढ़े कोल बन जाएगा 25 बटा 49 और बराबर ये जो साढ़े कोल उचाइयां का अनुपात है वो इसी लिख लांगे, उचाइयां के अनुपात का वर्ग है। ठीक है, तो AD बटा PS की जेकर कीमत पता करनी है तो असी दूसरी साइड जो वर्गमूल कर देंगे 25 ते 49 का, 25 बटा 49 का, 25 का जो वर्गमूल है 5 आएगा, 49 का वर्गमूल साढ़े कोल 7 आएगा। तो उचाइयां का जो अनुपात है वो साढ़े कोल की बन जाता है 5 अनुपात 7, रेशो ऑफ देयर कॉरस्पॉन्डिंग हाइट्स। ठीक है, तो सी जिहड़ा उत्तर है वो बिल्कुल सही है। इस तो बाद अगला सवाल है साडे कोल, जेकर त्रिभुजां ABC अते DEF समरूप होण अते कोण A 57 डिग्री, कोण E 73 डिग्री होण तां C दी कीमत जिहड़ी पता करो। तो पहला तो असीं दो त्रिभुजां इहदे विच भी बना लैंदे इत्थे। ठीक है, तो ए त्रिभुज है साडे कोल ABC और ए दी कीमत है 57 डिग्री, और दूसरी साडे कोल है DEF। तो ਇਹਦੇ ਵਿੱਚ ਹੋਰ ਕੋਣ ਸਾਨੂੰ ਦਿੱਤਾ ਹੋਇਆ ਕੋਣ E ਦੀ ਕੀਮਤ ਹੈ 73 डिग्री ਤੇ ਕੋਣ C ਜਿਹੜਾ ਅਸੀਂ ਪਤਾ ਕਰਨਾ ਹੈ। ਠੀਕ ਹੈ, दो त्रिभुजां जदों समरूप होंदियां ने, सिमिलर होंदियां ने, तो उन्हां दे सारे कोण जिहड़े संगत कोण है आपस बराबर होंदे। अगर ये 57 तो ये भी 57 होएगा। अगर ये E कोण जिहड़ा साडे कोल 73 है तो ये जिहड़ा B है ये E ते ये B बिंदु है ना, E कोण जिहड़ा 73 है तो B भी साडे कोल 73 डिग्री होएगा। तो त्रिभुज दे तिन्नां कोणां दा जोड़ जिहड़ा साडे कोल 180 डिग्री हुंदा है। कोण A जमा B कोण A जमा कोण B जमा कोण C, ये साडे कोल 180 डिग्री बनदा है। तो कोण A साडे कोल बनेगा 57 डिग्री, कोण B साडे कोल बनेगा 73 डिग्री, ते कोण C दी कीमत आपां पता करनी है। तो ये दोनों का जोड़ जिहड़ा है वो असीं 180 दे विचों घटा देंगे। तो ये जोड़ जिहड़ा दोनों का बन जाता 130 डिग्री। ठीक है, 7 5 12 7 3 10 120 ते 10 30 180 डिग्री। ठीक है, तो कोण C की जिहड़ी कीमत है वो साडे कोल 180 डिग्री माइनस 130 डिग्री आएगा और ये बनेगा साडे कोल 50 डिग्री। ठीक है, तो इस तरह इस सवाल का जो उत्तर है वो ए पार्ट है, ये जो बिल्कुल सही जवाब है इस सवाल का। ठीक है, इस तो बाद अगला है 5 के पहले 50 गुणजां का जोड़फल की होगा। AP दे विच असीं करदे हां, देखो 5 है तो 5 का अगला जो गुणज है वो 10 होएगा, अगला गुणज 15 होएगा, अगला गुणज जो 20 होएगा। इसी तरह 50वां गुणज साडे कोल कोई ना कोई इत्थे होएगा। तो जोड़फल जिहड़ा असीं पता करना है, तो इहदे च असीं जोड़ वाला फार्मूला लगावांगे। पहला तो ये साडे कोल एक AP बनदी है क्योंकि कॉमन डिफरेंस जिहड़ा साडे कोल सांझा अंतर है वो 5 बनदा पिया। ठीक है, तो A दी कीमत पहला पद जिहड़ा इहदे च 5 है, D जिहड़ा सांझा अंतर है वो 20 साडे कोल 5 है, ते N दी कीमत जिहड़ी वो साडे कोल 50 है। नंबर ऑफ टर्म्स जिहड़ियां साडे कोल 50 ने। ठीक है, तो फार्मूला साडे कोल की हुंदा है SN बराबर N वटा 2 N/2 2A प्लस N माइनस 1D। ठीक है, तो N की कीमत है साडे कोल इहदे विच 50, तो 50 बटा 2 आएगा S50। एक्चुअली जिहड़ा 5 दे पहले 50 गुणजां दा जोड़फल है वो साडे कोल इस AP दे 50 पदां दा जोड़फल होएगा। ठीक है, तो 2A A दी जगह ते साडे कोल 5 आएगा, N की जगह ते फिर साडे कोल इत्थे 50 आएगा, 50 माइनस 1 D की कीमत फिर साडे कोल 5 है। इहनूं असीं सिंपलीफाई करांगे, 50 नूं 2 दे नाल भाग करांगे तो 25 आएगा, 5 दूनी है साडे कोल 10 बन जांदे ने। 50 नूं 1 नाल असीं 50 चों 1 माइनस करांगे 49 आएगा, 49 नूं 5 दे नाल गुणा करांगे असीं। ठीक है, तो देखते हैं जोड़फल जिहड़ा साडे कोल की बनदा है। ये साडे कोल है 25 10 जमा हाँ जी 49 नूं 5 दे नाल जेकर असीं गुणा करांगे साडे कोल बनेगा 245। 245 दे विच 10 जोड़ांगे तो साडे कोल 255 बनेगा। तो 255 नूं फिर असीं 25 दे नाल गुणा करना है,
5 ਨਾਲ ਕਰਾਂਗੇ 5 5 25 2 ਹਾਸਲ 5 5 25 ਤੇ 2 ਹਾਸਲ 27 ਫਿਰ 5 दूनी 10 ਤੇ 2 12 ठीक है। इस तो बाद 5 दूनी 10 5 दूनी 10 ਤੇ 1 11 ਤੇ 2 दूनी 4 ਤੇ 1 5 255 ਨੂੰ 2 ਨਾਲ ਗੁਣਾ ਕਰਦੇ ਆ ਸਾਡੇ ਕੋਲ 510 ਬਣ ਜਾਂਦਾ। ਜੋੜ ਬਣੇਗਾ ਸਾਡੇ ਕੋਲ 5 7 3 ਤੇ 6 तो 6375 ਜਿਹੜਾ ਹੈ ਉਹ ਸਾਡੇ ਕੋਲ ਜੋੜਫਲ ਬਣਦਾ ਹੈ 5 ਦੇ ਪਹਿਲੇ 50 ਗੁਣਜਾਂ ਦਾ ਜੋੜਫਲ 6375। तो ਇਹ ਆਪਸ਼ਨ ਜਿਹੜੀ ਹੈ ਸਾਡੇ ਕੋਲ ਬਿਲਕੁਲ ਸਹੀ ਆਪਸ਼ਨ ਹੈ ਇਸ ਸਵਾਲ ਦੀ। ਠੀਕ ਹੈ। ਅਗਲਾ ਸਵਾਲ ਹੈ ਸਾਡੇ ਕੋਲ ਹੇਠਾਂ ਦਿੱਤੀ ਸਾਰਣੀ ਕਿਸੇ ਮੁਹੱਲੇ ਦੇ 25 ਪਰਿਵਾਰਾਂ ਦੇ ਭੋਜਨ ਤੇ ਹੋਏ ਰੋਜ਼ਾਨਾ ਖਰਚ ਨੂੰ ਦਰਸਾਉਂਦੀ ਹੈ। ਭੋਜਨ ਤੇ ਹੋਏ ਰੋਜ਼ਾਨਾ ਖਰਚ ਦਾ ਮੱਧਮਨ ਕੀ ਹੋਵੇਗਾ। ਦ ਟੇਬਲ ਬਿਲੋ ਸ਼ੋਜ਼ ਦ ਡੇਲੀ ਐਕਸਪੈਂਡੀਚਰ ਔਨ ਫੂਡ ਆਫ 25 ਹਾਊਸਹੋਲਡ ਇਨ ਅ ਲੋਕੈਲਿਟੀ। ਵਟ ਇਜ਼ ਦ ਮੀਨ ਡੇਲੀ ਐਕਸਪੈਂਡੀਚਰ ਔਨ ਫੂਡ। तो ਇਹਦਾ ਅਸੀਂ ਮੀਨ ਜਿਹੜਾ ਉਹ ਫਾਈਂਡ ਕਰਨਾ ਹੈ। ਠੀਕ ਹੈ। ਮੱਧਮਨ ਜਿਹੜਾ ਅਸੀਂ ਪਤਾ ਕਰਨਾ ਹੈ। तो ਅਸੀਂ ਇਹਨੂੰ ਇਹਦਾ ਟੇਬਲ ਜਿਹੜਾ ਸਾਨੂੰ ਇੱਥੇ ਬਣਾਉਣਾ ਪਏਗਾ। तो ਸਭ ਤੋਂ ਪਹਿਲਾਂ ਅਸੀਂ ਕੀਮਤਾਂ ਜਿਹੜੀਆਂ ਇੱਥੇ ਲਿਖ ਲੈਂਦੇ ਹਾਂ। सौ तो 150 ਇਹ ਸਾਡੇ ਕੋਲ ਪਹਿਲੇ ਜਿਹੜੇ ਕਾਲਮ ਹੈ ਉਹ ਕਲਾਸ ਇੰਟਰਵਲ ਦਾ ਬਣੇਗਾ ਵਰਗ ਅੰਤਰਾਲ। ਠੀਕ ਹੈ। CI ਕਲਾਸ ਇੰਟਰਵਲ ਵੀ ਅਸੀਂ ਇਹਨੂੰ ਲਿਖ ਸਕਦੇ ਹਾਂ। तो 100 ਤੋਂ 150 150 ਤੋਂ 200 200 ਤੋਂ 250 250 ਤੋਂ 300 300 ਤੋਂ 350। ठीक है। इस तो बाद ਜਿਹੜੀਆਂ ਫ੍ਰੀਕੁਐਂਸੀਜ਼ ਨੇ ਸਾਡੇ ਕੋਲ ਇਹਦੇ ਵਿੱਚ f ਦੀਆਂ ਕੀਮਤਾਂ ਨੇ ਉਹ ਸਾਡੇ ਕੋਲ 4 ਹੈ। 4 ਤੋਂ ਬਾਅਦ ਫਿਰ 5 ਹੈ, ਫਿਰ 12 ਹੈ, ਫਿਰ 2 ਹੈ, ਫਿਰ 2 ਹੈ। ਇਹਦਾ ਮਤਲਬ ਕਿ ਰੋਜ਼ਾਨਾ ਖਰਚ ਜਿਹੜੇ ਪਰਿਵਾਰ 100 ਤੋਂ 150 ਦਾ ਕਰਦੇ ਉਹਨਾਂ ਦੀ ਗਿਣਤੀ 4 ਹੈ। ਜਿਹੜੇ ਪਰਿਵਾਰ 150 ਤੋਂ 200 ਦਾ ਰੋਜ਼ਾਨਾ ਖਰਚ ਕਰਦੇ ਉਹਨਾਂ ਦੀ ਗਿਣਤੀ 5 ਹੈ। ਇਸੇ ਤਰ੍ਹਾਂ 200 ਤੋਂ 250 ਵਾਲੇ ਖਰਚਣ ਵਾਲੇ ਪਰਿਵਾਰਾਂ ਦੀ ਗਿਣਤੀ 12, 250 ਤੋਂ 300 ਵਾਲੇ 2, 300 ਰੁਪਏ ਤੋਂ 350 ਰੁਪਏ ਤੱਕ ਖਰਚ ਕਰਨ ਵਾਲੇ ਪਰਿਵਾਰਾਂ ਦੀ ਗਿਣਤੀ 2 है। ठीक है। तो ਅਸੀਂ ਐਵਰੇਜ ਜਿਹੜੀ ਇਹਦੀ ਫਾਈਂਡ ਕਰਨੀ ਹੈ, ਪਤਾ ਕਰਨੀ ਹੈ। तो ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਹੁਣ ਅਸੀਂ ਜਿਹੜਾ ਇੱਥੇ ਇਹ ਲਾਈਨਾਂ ਲਗਾ ਲੈਂਦੇ ਹਾਂ। ਠੀਕ ਹੈ। तो ਸਭ ਤੋਂ ਪਹਿਲਾਂ ਅਸੀਂ ਇੱਥੇ xi ਦੀਆਂ ਕੀਮਤਾਂ ਜਿਹੜੀਆਂ ਪਤਾ ਕਰਾਂਗੇ। ठीक है। तो ये ਸਾਡੇ ਕੋਲ fi ਦੀਆਂ ਕੀਮਤਾਂ xi मतलब ਇਹਨਾਂ ਦੋਨਾਂ ਦਾ ਅਸੀਂ ਜੋੜ ਕਰਕੇ 2 ਦੇ ਨਾਲ ਇਹਨੂੰ ਵੰਡਾਂਗੇ। 100 ਜਮਾ 150 250 ਬਣੇਗਾ, ਉਹਨੂੰ 2 ਨਾਲ ਭਾਗ ਕਰਾਂਗੇ ਸਾਡੇ ਕੋਲ 125 ਬਣੇਗਾ। 125 ਔਰ ਇਹ ਸਾਡੇ ਕੋਲ 175 ਬਣ ਜਾਏਗਾ ਔਰ ਇਹ ਸਾਡੇ ਕੋਲ 225 ਬਣੇਗਾ। ਇਹ ਸਾਡੇ ਕੋਲ 275 ਬਣੇਗਾ ਔਰ ਇਹ ਸਾਡੇ ਕੋਲ 325 ਬਣ ਜਾਏਗਾ। ਠੀਕ ਹੈ। तो ਕਿਉਂਕਿ ਸਾਡੇ ਕੋਲ ਇੱਥੇ ਜਿਹੜੀਆਂ ਸੰਖਿਆਵਾਂ ਜਿਹੜੇ ਅੰਕੜੇ ਨੇ ਉਹ ਥੋੜੇ ਵੱਡੇ ਨੇ ਤਾਂ ਅਸੀਂ ਇਹਨੂੰ ਪੱਗ ਵਿਚਲਨ ਵਿਧੀ ਦੇ ਨਾਲ ਕਰਾਂਗੇ, ਸਟੈਪ ਡੈਵੀਏਸ਼ਨ ਮੈਥਡ। ਉਹਦੇ ਲਈ ਸਭ ਤੋਂ ਪਹਿਲਾਂ ਤਾਂ ਇੱਕ ਮੀਨ ਜਿਹੜੀ ਸਾਨੂੰ ਇਹਦੇ ਚੋਂ ਅਜ਼ਿਊਮ ਕਰਨੀ ਪਏਗੀ, ਜਿਹਨੂੰ ਅਸੀਂ ਕਾਲਪਨਿਕ ਮੱਧਮਨ ਜਿਹੜਾ ਮੰਨਦੇ ਹਾਂ। ਮੰਨ ਲਓ ਜਿਹੜਾ A ਹੈ ਇਹ ਸਾਡੇ ਕੋਲ ਕਾਲਪਨਿਕ ਮੱਧਮਨ ਹੈ। ਜਿਹੜੀ ਵਿਚਕਾਰ ਵਾਲੀ ਸੰਖਿਆ ਹੈ 225 ਉਹ ਅਸੀਂ ਮੰਨ ਲਵਾਂਗੇ ਕਾਲਪਨਿਕ ਮੱਧਮਨ। ਠੀਕ ਹੈ। ਔਰ H ਜਿਹੜਾ ਹੈ ਇਹਦੇ ਵਿੱਚ ਹਾਈਟ ਹੈ ਸਾਡੇ ਕੋਲ ਵਰਗ ਅੰਤਰਾਲ ਦੀ ਕਲਾਸ ਇੰਟਰਵਲ ਦੀ ਉਹ ਸਾਡੇ ਕੋਲ 50 ਹੈ 50। हाँ जी। तो ये ਜਿਹੜਾ ਅਜ਼ਿਊਮਡ ਮੀਨ ਹੈ ਇੱਥੇ ਅਸੀਂ DI ਦਾ ਕਾਲਮ ਬਣਾਵਾਂਗੇ, ਭਾਵ ਕਿ ਹਰ ਜਿਹੜਾ ਸਾਡੇ ਕੋਲ ਇਹ ਡਾਟਾ ਹੈ ਉਹਦੇ ਵਿੱਚੋਂ ਅਸੀਂ ਜਿਹੜਾ ਕਾਲਪਨਿਕ ਮੱਧਮਨ ਹੈ ਉਹਨੂੰ ਘਟਾ ਦੇਵਾਂਗੇ। ਠੀਕ ਹੈ। तो 125 ਦੇ ਵਿੱਚੋਂ 225 ਘਟਾਵਾਂਗੇ ਸਾਡੇ ਕੋਲ ਮਾਈਨਸ ਦੇ 100 ਆਣਗੇ। 175 ਦੇ ਵਿੱਚੋਂ 225 ਘਟਾਵਾਂਗੇ ਸਾਡੇ ਕੋਲ ਮਾਈਨਸ ਦੇ 50 ਬਣਨਗੇ। 225 ਜੋ 225 ਘਟਾਵਾਂਗੇ ਤਾਂ 0 ਆਏਗਾ। ਇੱਥੇ ਸਾਡੇ ਕੋਲ 50 ਬਣੇਗਾ और 325 जो 225 ਘਟਾਵਾਂਗੇ ਤਾਂ ਇਹ ਸਾਡੇ ਕੋਲ 100 ਬਣੇਗਾ। ਠੀਕ ਹੈ। ਇਸ ਤੋਂ ਬਾਅਦ ਅਗਲਾ ਸਟੈਪ ਹੁਣ ਅਸੀਂ UI ਜਿਹੜਾ ਪਤਾ ਕਰਾਂਗੇ ਇਹਦੇ ਵਿੱਚ। ਠੀਕ ਹੈ। UI ਜਿਹੜਾ ਸਾਡੇ ਕੋਲ ਉਹ xi ਮਾਈਨਸ a ਜਾਂ ਕਹ ਲਓ ਕਿ DI ਵਟਾ h ਹੋਏਗਾ। ਠੀਕ ਹੈ। h ਸਾਡੇ ਕੋਲ ਇੱਥੇ 50 ਹੈ, 50 ਦੇ ਨਾਲ ਅਸੀਂ ਇਹਨਾਂ ਨੂੰ ਭਾਗ ਕਰਾਂਗੇ। तो ਇੱਥੇ ਸਾਡੇ ਕੋਲ ਮਾਈਨਸ ਦੇ 2 ਆ ਜਾਣਗੇ, ਮਾਈਨਸ ਦਾ 1 ਆਏਗਾ, 0 ਆਏਗਾ ਤੇ ਸਾਡੇ ਕੋਲ 1 ਆਏਗਾ ਤੇ 2 ਆਣਗੇ। ਠੀਕ ਹੈ। तो ਹੁਣ ਇਹਦਾ ਅਸੀਂ ਜੋੜ ਜਿਹੜਾ ਉਹ ਕਰ ਲਵਾਂਗੇ। ਇਸ ਤੋਂ ਬਾਅਦ ਅਗਲਾ ਸਟੈਪ ਜਿਹੜਾ ਸਾਡੇ ਕੋਲ ਉਹ UI ਤੇ FI ਦਾ ਪ੍ਰੋਡਕਟ ਅਸੀਂ ਕਰਾਂਗੇ, ਮਲਟੀਪਲਾਈ ਕਰਾਂਗੇ ਇਹਨਾਂ ਨੂੰ। UI ਤੇ FI UI into FI ਮਾਈਨਸ 2 4 ਇਹ ਸਾਡੇ ਕੋਲ ਮਾਈਨਸ ਦੇ 8 ਬਣਨਗੇ। ਮਾਈਨਸ 1 ਨੂੰ 5 ਨਾਲ ਗੁਣਾ ਕਰਾਂਗੇ ਤਾਂ ਮਾਈਨਸ 5, 0 ਨੂੰ 12 ਨਾਲ ਕੀਤਾ ਤੇ 0, 1 ਨੂੰ 2 ਨਾਲ ਗੁਣਾ ਕਰਾਂਗੇ ਤਾਂ 2 ਆਏਗਾ।
2 ਨੂੰ 2 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ 4 ਆਏਗਾ। ਠੀਕ ਹੈ, तो ਇਹਨਾਂ ਦਾ ਜਿਹੜਾ ਜੋੜਫਲ ਹੈ ਸਾਡੇ ਕੋਲ ਸਿਗਮਾ UIFI ਉਹ ਸਾਡੇ ਕੋਲ ਬਣ ਜਾਏਗਾ ਜਿਹੜੇ ਤਾਂ ਸਾਡੇ ਕੋਲ ਘਟਾਓ ਦੇ ਅੰਕਾਂ ਦਾ ਜੋੜ ਹੈ ਉਹ ਬਣਦਾ ਹੈ 8 5 13 ਮਾਈਨਸ ਦੇ 13 ਔਰ ਇਹ ਸਾਡੇ ਕੋਲ ਬਣਦਾ ਹੈ ਜਮਾ ਦੇ 6 ਮਾਈਨਸ 13 ਜਮਾ 6 ਤਾਂ ਇਹ ਸਾਡੇ ਕੋਲ ਬਣ ਜਾਏਗਾ ਮਾਈਨਸ ਦੇ 7 ਮਾਈਨਸ 7। ਠੀਕ ਹੈ, तो FI ਦੀ ਜਿਹੜੀ ਕੀਮਤ ਹੈ ਸਾਡੇ ਕੋਲ ਸਿਗਮਾ FI ਇਹ ਸਾਨੂੰ ਵੈਸੇ ਦਿੱਤਾ ਹੀ ਹੋਇਆ ਕਿ 25 ਘਰਾਂ ਦੇ ਉੱਤੇ ਜਿਹੜਾ ਸਰਵੇ ਜਿਹੜਾ ਉਹ ਕੀਤਾ ਗਿਆ ਤਾਂ 5 4 9 9 ਤੇ 12 ਸਾਡੇ ਕੋਲ 21 21 ਤੇ 2 23 ਤੇ 2 25 ਸਾਡੇ ਕੋਲੇ ਬਣ ਜਾਂਦੇ ਨੇ। ਠੀਕ ਹੈ, तो ਹੁਣ ਜਿਹੜਾ ਸਾਡੇ ਕੋਲ ਐਵਰੇਜ ਦਾ ਮੱਧਮਾਨ ਦਾ ਫਾਰਮੂਲਾ ਹੈ ਉਹ ਅਸੀਂ ਲਿਖ ਲੈਂਦੇ ਹਾਂ। ਇਹ ਸਾਡੇ ਕੋਲ ਬਣੇਗਾ A प्लस सिग्मा FI UI या UI FI लिख सकते हैं सिग्मा FI और इन्हों ਅਸੀਂ ਗੁਣਾ ਕਰਾਂਗੇ H ਦੇ ਨਾਲ। ਠੀਕ ਹੈ, ਇਹ ਫਾਰਮੂਲਾ ਯਾਦ ਰੱਖਣਾ ਈਜ਼ੀ ਹੈ। ਇੱਥੇ ਅਸੀਂ -a ਕੀਤਾ ਸੀ ਤਾਂ ਫਾਰਮੂਲੇ ਦੇ ਵਿੱਚ +a ਕਰਾਂਗੇ। a ਪਲੱਸ ਕੀਤਾ ਆਪਾਂ ਇੱਥੇ h ਦੇ ਨਾਲ ਡਿਵਾਈਡ ਕੀਤਾ ਸੀ, ਇਹਦੇ ਵਿੱਚ ਅਸੀਂ h ਦੇ ਨਾਲ ਗੁਣਾ ਕਰ ਦਿਆਂਗੇ। a ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਸੀ 225 ਜਮਾ ਸਿਗਮਾ FI UI ਦੀ ਕੀਮਤ ਇਹ ਸਾਡੇ ਕੋਲ ਜਿਹੜਾ ਪ੍ਰੋਡਕਟ ਹੈ ਇਹ -7 ਹੈ ਔਰ ਹੇਠਾਂ ਜਿਹੜਾ ਸਿਗਮਾ FI ਹੈ ਉਹ ਸਾਡੇ ਕੋਲ ਹੈ 25। ਠੀਕ ਹੈ, ਗੁਣਾ h ਦੀ ਕੀਮਤ ਜਿਹੜੀ ਉਹ ਸਾਡੇ ਕੋਲ 50 ਹੈ। तो 25 ਨੂੰ 50 ਦੇ ਨਾਲ 50 ਨੂੰ 25 ਦੇ ਨਾਲ ਪਾ ਕੀਤਾ ਜਾ ਸਕਦਾ ਹੈ, ਸਾਡੇ ਕੋਲ 2 ਆਏਗਾ। तो ਇਹ ਸਾਡੇ ਕੋਲ ਬਣ ਜਾਏਗਾ 225 ਇੱਥੇ ਪਲੱਸ ਮਾਈਨਸ ਹੋ ਜਾਏਗਾ 7 दूनी 14 225 ਚੋਂ 14 ਅਸੀਂ ਮਾਈਨਸ ਕਰਾਂਗੇ ਸਾਡੇ ਕੋਲ 211 ਆਏਗਾ। ਠੀਕ ਹੈ, तो ਇਹ ਸਾਡੇ ਕੋਲ ਉੱਤਰ ਹੈ ਇਸ ਸਵਾਲ ਦਾ 211। ਦੇਖ ਲੈਣੇ ਆਪਸ਼ਨਸ ਦੇ ਵਿੱਚ। ਹਾਂਜੀ, तो B ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੈ ਇਸ ਸਵਾਲ ਦੇ ਵਿੱਚ। ਠੀਕ ਹੈ, तो ਇਹ ਸਵਾਲ ਸਾਡੇ ਕੋਲ ਜਿਹੜੇ ਆਬਜੈਕਟਿਵ ਟਾਈਪ ਸਵਾਲ ਨੇ ਇਹਦੇ ਵਿੱਚ ਜਦੋਂ ਅਸੀਂ ਪੇਪਰ ਦੇ ਵਿੱਚ ਵੀ ਕਰਾਂਗੇ ਤਾਂ ਸਿਰਫ ਆਪਸ਼ਨ ਅਸੀਂ ਟਿਕ ਕਰਕੇ ਹੀ ਉਹਨੂੰ ਸਬਮਿਟ ਕਰਨਾ। तो ਇਹ ਡਿਟੇਲ ਫਿਰ ਜ਼ਿਆਦਾ ਵੈਸੇ ਤਾਂ ਠੀਕ ਹੈ ਸਮਝ ਆਉਂਦੀ ਪਈ ਹੈ, ਪਰ ਇਹਨੂੰ ਅਸੀਂ ਹੋਰ ਸੋਹਣੇ ਢੰਗ ਦੇ ਨਾਲ ਲਿਖਾਂਗੇ ਜੇਕਰ ਸਾਡਾ ਸਬਜੈਕਟਿਵ ਪੇਪਰ ਹੋਏਗਾ, ਸਾਰਣੀ ਵੀ ਪ੍ਰੋਪਰ ਬਣਾਵਾਂਗੇ। ਠੀਕ ਹੈ, ਇੱਥੇ ਸਾਨੂੰ ਸਿਰਫ ਆਨਸਰ ਚਾਹੀਦਾ ਤਾਂ ਅਸੀਂ ਰਫ ਦੇ ਵਿੱਚ ਥੋੜਾ ਖਾਲੀ ਦੇ ਵਿੱਚ ਕਰ ਲਿਆ ਇਹਨੂੰ। ਠੀਕ ਹੈ ਸਟੂਡੈਂਟਸ, तो ਇਹਦੇ ਨਾਲ ਸਾਡੇ ਕੋਲ ਇਹ ਸੈਂਪਲ ਪੇਪਰ ਦੇ ਜਿਹੜੇ ਸਾਰੇ ਕੁਐਸਚਨ ਆਪਾਂ ਡਿਸਕਸ ਕੀਤੇ ਨੇ। ਮੈਨੂੰ ਉਮੀਦ ਹੈ ਕਿ ਸਾਰੇ ਕੁਐਸਚਨ ਤੁਸੀਂ ਬਹੁਤ ਧਿਆਨ ਦੇ ਨਾਲ ਦੇਖੇ ਹੋਣਗੇ ਤੇ ਸਮਝੇ ਹੋਣਗੇ, ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲਿਆ ਹੋਵੇਗਾ। ਸੋ ਜੇ ਕੋਈ ਡਾਊਟ ਹੈ, ਕਿਤੇ ਕੋਈ ਤੁਹਾਨੂੰ ਕਮੀ ਲੱਗਦੀ ਹੈ ਜਾਂ ਕੋਈ ਵੀ ਕਿਸੇ ਢੰਗ ਦੀ ਜਿਹੜੀ ਸਮੱਸਿਆ ਹੈ ਤਾਂ ਤੁਸੀਂ ਨੀਚੇ ਕਮੈਂਟ ਬਾਕਸ ਦੇ ਵਿੱਚ ਜਾਂ WhatsApp ਤੇ ਕੰਟੈਕਟ ਕਰ ਸਕਦੇ ਹੋ। ਠੀਕ ਹੈ ਜੀ, ਥੈਂਕ ਯੂ। ਲਾਸਟ ਤੱਕ ਵੀਡੀਓ ਦੇਖਣ ਲਈ ਬਹੁਤ ਧੰਨਵਾਦ।